ਸੈੱਟ ਹੋ ਜਾਣਗੇ ਗੁਰਨਾਮ ਸਿੰਘ ਚੜੂਣੀ ਇਸ ਸਿਸਟਮ ਦੇ ਵਿੱਚ, ਸਿਆਸਤ ਵਾਲੀ ਸਿਸਟਮ ਦੇ ਵਿੱਚ, ਕਿ ਉਹਨਾਂ ਨੇ ਵੀ ਸਿਸਟਮ ਦੇ ਵਿੱਚ ਰਹਿ ਕੇ ਇਦਾਂ ਹੀ ਬਣ ਜਾਣਗੇ। ਤੁਸੀਂ ਕੀ ਸਮਝਦੇ ਹੋ ਕਿ ਸਿਸਟਮ ਇੰਨਾ ਭੋਲਾ ਹੈ? ਸਿਸਟਮ ਨੂੰ ਸਭ ਪਤਾ, ਚੜੂਨੀਆਂ ਦਾ ਵੀ ਪਤਾ, ਸਿਸਟਮ ਨੂੰ ਸੋਨੀਆ ਮਾਨਾਂ ਦਾ ਵੀ ਪਤਾ, ਹੋਰ ਸਿਸਟਮ ਨੋਜ਼ ਐਵਰੀਥਿੰਗ। ਸਿਸਟਮ ਐਵੇਂ ਨਹੀਂ ਬੈਠਾ, ਸਿਸਟਮ ਕੋਲ ਵੱਡੀਆਂ ਵੱਡੀਆਂ ਟੀਮਾਂ ਨੇ, IT ਸੈੱਲ ਨੇ ਅਗਲਿਆਂ ਕੋਲ ਵੱਡੇ ਵੱਡੇ। ਅਸੀਂ ਦੋ ਜਣੇ ਗੱਲਾਂ ਕਰ ਰਹੇ ਨਾ, ਸਿਸਟਮ ਨੇ ਕੱਲ੍ਹ ਨੂੰ ਇਹਦਾ ਐਨਾਲਿਸਿਸ ਕਰ ਲੈਣਾ ਕਿ ਉਹ ਫਲਾਣਾ ਬੰਦਾ ਉੱਥੇ ਡਾਕਟਰ ਸਾਹਿਬ ਸਿੰਘ ਇਹ ਬੋਲਦਾ, ਇਹ ਕੀ ਬੋਲਦਾ ਹੈ, ਕਿਉਂ ਬੋਲਦਾ ਹੈ, ਕਿੱਥੋਂ ਬੋਲਦਾ, ਇਹਦੀ ਕੀ ਪਾਵਰ ਹੈ, ਕੌਣ ਹੈ ਇਹਦੇ ਪਿੱਛੇ, ਕਿਉਂ ਬੋਲਦਾ ਇੱਦਾਂ, ਸਭ ਕੁਝ ਸਿਸਟਮ ਦੇਖਦਾ, ਜਾਂਚ। ਸਿਸਟਮ ਨੂੰ ਪਤਾ ਹੈ, ਸਿਸਟਮ ਨੂੰ ਗੁਰਨਾਮ ਸਿੰਘ ਚੜੂਨੀ ਨੂੰ ਪਤਾ ਹੈ, ਸਿਸਟਮ ਨੂੰ ਇਹ ਵੀ ਪਤਾ ਹੈ ਕਿ ਗੁਰਨਾਮ ਸਿੰਘ ਚੜੂਨੀ ਦੇ ਵੋਟਾਂ 'ਚ ਖੜਨ ਦਾ ਫਾਇਦਾ ਕਿਹਨੂੰ ਹੋ ਜਾਣਾ, ਥੋੜ੍ਹਾ ਜਿਹਾ। ਸਿਸਟਮ ਨੂੰ ਇਹ ਵੀ ਪਤਾ ਹੈ ਕਿੰਨੀਆਂ ਕੁ ਵੋਟਾਂ ਉਹਨੇ ਭਰਨੀਆਂ, ਉਹ ਕਿਹਦੀਆਂ ਫੁੱਟਣੀਆਂ, ਕਿਹਦੇ ਕਿੱਧਰ ਉੱਠਣੀਆਂ। ਸਿਸਟਮ ਨੂੰ ਫਾਇਦਾ ਹੀ ਹੁੰਦਾ, ਸਿਸਟਮ ਨੂੰ ਕੋਈ ਨੁਕਸਾਨ ਨਹੀਂ। ਸਿਸਟਮ ਨੂੰ ਕਿਸੇ ਸੋਨੀਆ ਮਾਨ ਤੋਂ ਕੋਈ ਨੁਕਸਾਨ ਨਹੀਂ, ਸਿਸਟਮ ਨੂੰ ਕਿਸੇ ਕੰਗਨਾ ਰਣੌਤ ਤੋਂ ਕੋਈ ਨੁਕਸਾਨ ਨਹੀਂ, ਸਿਸਟਮ ਨੂੰ ਕਿਸੇ ਤੋਂ ਕੋਈ ਨੁਕਸਾਨ ਨਹੀਂ ਹੈ। ਸਿਸਟਮ ਨੇ ਤਾਂ ਉਹਨੂੰ ਯੂਜ਼ ਕਰ ਲੈਣਾ। ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਯੂਜ਼ ਹੋਣਾ ਉੱਥੇ ਜਾ ਕੇ, ਕਿ ਪਰੇ ਖੜੇ ਹੋ ਕੇ ਤੁਸੀਂ ਆਪਣੀ ਗੱਲ ਕਹਿਣੀ ਹੈਗੀ ਆ। ਕਿੱਥੇ ਬੈਠੇ ਸੀ ਤੁਸੀਂ ਪਹਿਲਾਂ? ਕਦੇ ਗੱਲ ਕੀਤੀ? ਕਦੇ ਕੋਈ ਜ਼ਿਕਰ ਛੇੜਿਆ? ਕਦੇ ਕੋਈ ਭੂਮਿਕਾ ਨਿਭਾਈ? ਕਦੀ ਲੋਕਾਂ 'ਚ ਗਏ? ਕਦੀ ਲੋਕਾਂ ਦੇ ਮਸਲੇ ਛੇੜੇ? ਇਹ ਮੈਂ ਇਕੱਲੀ ਸੋਨੀਆ ਮਾਨ ਦੀ ਗੱਲ ਨਹੀਂ ਕਰ ਰਿਹਾ, ਹਜ਼ਾਰਾਂ ਨੇ, ਸੈਂਕੜੇ ਲੋਕ ਨੇ ਜਿਹੜੇ ਇਸ ਪਲੇਟਫਾਰਮ ਦੇ ਭਖਣ ਤੋਂ ਬਾਅਦ ਆ ਗਏ, ਛਾਲ ਮਾਰਤੀ ਵਿੱਚ ਤੇ ਆ ਕੇ ਤਰ੍ਹਾਂ ਦੀਆਂ ਗੱਲਾਂ ਵੱਡੀਆਂ। ਪਰ ਗੱਲਾਂ ਕਿਹੜੀਆਂ ਨੇ? ਗੱਲਾਂ ਉਹੀ ਨੇ। ਫਿਰ ਫਰਕ ਕੀ ਰਹਿ ਗਿਆ? ਇਹ ਗੱਲਾਂ ਤਾਂ ਕਾਂਗਰਸ ਵੀ ਕਰ ਰਹੀ ਹੈ, ਇਹ ਤਾਂ ਅਕਾਲੀ ਦਲ ਵੀ ਕਰ ਰਿਹਾ, ਅਕਾਲੀ ਦਲ ਅੰਮ੍ਰਿਤਸਰ ਵੀ ਕਰ ਰਿਹਾ, ਅਕਾਲੀ ਦਲ 'ਚੋਂ ਹੋਰ ਜਿਹੜੇ ਨਿਕਲੇ ਉਹ ਵੀ ਕਰ ਰਹੇ, BJP ਵੀ ਕਰ ਦਿੰਦੀ ਹੈ ਇਹੋ ਜਿਹੀ ਗੱਲਾਂ, ਹੋਰ ਵੀ ਪਾਰਟੀਆਂ ਕਰ ਦਿੰਦੀ। ਫਰਕ ਕਿੱਥੇ ਰਹਿ ਗਿਆ ਫਿਰ ਤੁਹਾਡੇ ਦੇ ਵਿੱਚ? ਪਹਿਲਾਂ ਮੇਰਾ ਸਵਾਲ ਹੈ ਕਿ ਤੁਹਾਨੂੰ ਲਿਖਣ ਦੀ ਲੋੜ ਕਿਉਂ ਪਈ, ਉਹ ਵੀ ਖਾਸ ਕਰਕੇ ਸੋਨੀਆ ਮਾਨ ਤੇ? ਜੋ ਮੋਰਚਾ ਤੁਹਾਨੂੰ ਮਾਣ ਸਤਿਕਾਰ ਦਿੰਦਾ ਹੈ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਸ ਮੋਰਚੇ ਦੇ ਮੋਹਰਾਂ ਤੇ ਚੜ੍ਹ ਕੇ ਆਪਣੀ ਕੋਈ ਅਲੱਗ ਹੱਟੀ ਖੋਲ੍ਹਣ ਦੀ ਕੋਸ਼ਿਸ਼ ਕਰੋ। ਖੋਲ੍ਹਣ ਦੀ ਕੋਸ਼ਿਸ਼ ਜੋ ਵੀ ਕਰੇਗਾ ਉਹ ਫੜਿਆ ਜਾਏਗਾ। ਸੋਨੀਆ ਮਾਨ ਹੈ, ਜਿਵੇਂ ਹੁਣ ਸੋਨੀਆ ਮਾਨ ਦੀ ਚਰਚਾ ਚੱਲੀ ਕਿ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੀ ਹੈ। ਹੁਣ ਕੱਲ੍ਹ ਤੱਕ ਲੋਕੀ ਸੋਨੀਆ ਮਾਨ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਸਟੇਜਾਂ ਤੇ ਦੇਖਦੇ ਆ ਰਹੇ ਆ, ਤੇ ਅੱਜ ਜਦੋਂ ਲੋਕਾਂ ਨੂੰ ਸਡਨਲੀ ਇਹ ਨਿਊਜ਼ ਮਿਲਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਆਪਾਂ ਨੂੰ ਸੰਭਾਵਨਾ ਤੇ ਇਤਰਾਜ਼ ਹੈ। ਸੰਸਕ੍ਰਿਤ ਦਾ ਇੱਕ ਸ਼ਲੋਕ ਹੈ, ਜੱਤਰ ਜੱਤਰ ਅਗਨੀ ਤਤਰ ਤਤਰ ਧੂਮ, ਮਤਲਬ ਜਿੱਥੇ ਅੱਗ ਹੋਏਗੀ ਧੂੰਆਂ ਉੱਥੋਂ ਹੀ ਨਿਕਲੇਗਾ। ਕਿਤੇ ਨਾ ਕਿਤੇ ਤਾਂ ਕੋਈ ਗੱਲ ਹੋਈ ਹੈ ਨਾ, ਕਿਤੇ ਨਾ ਕਿਤੇ ਤਾਂ ਕੋਈ ਮੁਲਾਕਾਤ ਹੋਈ ਹੈ, ਕੋਈ ਮੀਟਿੰਗ ਹੋਈ ਹੈ। ਚੌਟਾਲਾ ਨੇ ਕਰਾਈ, ਕਿਹਨੇ ਕਰਾਈ, ਆਈ ਡੋਂਟ ਨੋ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਏਗਾ। ਜੇ ਚਰਚਾ ਚੱਲੀ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਦਿਲ 'ਚ ਲੱਡੂ ਭੁਰ ਰਹੇ ਨੇ ਕਿ ਅਸੀਂ, ਸਾਡਾ ਨਾਮ ਬਣ ਗਿਆ, ਲੋਕੀ ਸਾਨੂੰ ਲੱਖਾਂ ਲੋਕੀ ਜਾਣਦੇ ਨੇ, ਤੇ ਆਪਾਂ ਕਿਸੇ ਪਾਰਟੀ ਨੂੰ, ਸਿਆਸੀ ਪਾਰਟੀ ਨੂੰ ਆਪਾਂ ਚੁਣ ਲਈਏ, ਉਹਦੇ ਵਿੱਚ ਜਾ ਕੇ ਤੇ ਆਪਾਂ ਸਿਆਸੀ ਲੀਡਰ ਬਣ ਜਾਈਏ, ਲੋਕਾਂ ਨੇ ਸਾਨੂੰ ਵੋਟਾਂ ਪਾ ਦੇਣੀਆਂ। ਇਹ ਧੋਖਾ ਹੈ, ਇਹ ਬੇਈਮਾਨੀ ਹੈ। ਅੱਛਾ, ਕਲਾਕਾਰ ਸੋਚਦਾ ਕਿ ਮੈਂ ਲੋਕਾਂ ਦਾ ਕਲਾਕਾਰ ਹੈਗਾ, ਮੈਨੂੰ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ, ਕਲਾਕਾਰ ਵੀ ਫਾਇਦਾ ਚੁੱਕਦਾ ਵੀ ਜਿਹੜੇ ਪਾਸੇ ਹਵਾ ਚੱਲੀ ਉਸ ਪਾਸੇ ਹੋ ਜੀ। ਸੋ ਜਿੱਥੇ ਤਾਂ ਲੋਕ ਪੱਖੀ ਕਲਾਕਾਰ ਹੈ, ਉਹ ਤੇ ਆਪਣੀ ਭੂਮਿਕਾ ਨਿਭਾਏਗਾ, ਆਪਣਾ ਰੋਲ ਦਾ ਖਿਆਲ ਰੱਖੇਗਾ ਕਿ ਮੇਰੀ ਭੂਮਿਕਾ ਕੀ ਹੈ, ਉਹ ਖਿਆਲ ਰੱਖੇਗਾ। ਜਿੱਥੇ ਉਹਨੇ ਆਪਣਾ ਕੋਈ ਫਾਇਦਾ ਖੱਟਣਾ ਹੈ, ਫਿਰ ਉਹ ਉੱਪਰ ਦੀ ਜਾਣ ਦੀ ਕੋਸ਼ਿਸ਼ ਕਰੇਗਾ, ਫਿਰ ਉਹ ਨਾ ਬਾਕੀ ਚੀਜ਼ਾਂ ਨੂੰ ਕੰਡੈਮ ਕਰੇਗਾ ਜਿਹੜੀਆਂ ਠੀਕ ਹੋ ਰਹੀਆਂ। ਸੋਨੀਆ ਮਾਨ ਫਾਇਦਾ ਕੱਟਣਾ ਚਾਹੁੰਦੇ ਸਨ ਜੇ ਚਲੇ ਜਾਂਦੇ। ਦੇਖੋ, ਅਗਰ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣ ਦਾ ਫੈਸਲਾ ਲੈਂਦੀ ਹੈ ਤਾਂ ਇਹਦਾ ਮਤਲਬ ਫਾਇਦਾ ਕੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਦਾ ਮਤਲਬ ਜਿੱਥੇ ਜਿੱਥੇ ਤੁਰੀ ਫਿਰਦੀ ਸੀ ਉਹ ਪਲੇਟਫਾਰਮ ਤਿਆਰ ਕਰ ਰਹੀ ਸੀ। ਇਹਦਾ ਮਤਲਬ ਕਿ ਮੈਂ ਪਲੇਟਫਾਰਮ ਤਿਆਰ ਕਰਾਂ, ਮੇਰਾ ਚਿਹਰਾ ਲੋਕਾਂ ਦੇ ਵਿੱਚ ਨੋਨ ਹੋ ਜਾਵੇ। ਕਿ ਉਸ ਤੋਂ ਪਹਿਲਾਂ ਕਿੰਨੇ ਕੁ ਲੋਕੀ ਜਾਣਦੇ ਸੀ ਨਾ, ਜੇ ਇੱਕ ਦੋ ਫਿਲਮਾਂ 'ਚ ਕੰਮ ਕੀਤਾ ਜਾਂ ਕਿੰਨੇ ਕੁ ਲੋਕੀ ਜਾਣਦੇ ਸੀ ਸੋਨੀਆ ਮਾਨ ਨੂੰ? ਜਾਂ ਕਿਸੇ ਵੀ ABC ਕਿਸੇ ਬੰਦੇ ਨੇ ਸਿਆਸਤ ਕਰਨੀ ਆ ਤਾਂ ਸਿਆਸਤ ਅੱਜ ਹੀ 2020 'ਚ ਕਿਉਂ ਸ਼ੁਰੂ ਹੋਈ ਸਾਰੀ? ਇਸ ਕਰਕੇ ਕਿ ਮੋਰਚਾ ਭਖਿਆ ਹੋਇਆ। ਤੁਹਾਨੂੰ ਸਾਰੇ ਮੁੱਦੇ, ਸਾਰੇ ਸਵਾਲ, ਤੁਹਾਨੂੰ ਜਿੰਨੇ ਸਵਾਲ ਪੰਜਾਬ ਨਾਲ ਜੁੜੇ ਹੋਏ ਆ, ਪੰਜਾਬ ਦੇ ਹੱਕਾਂ ਨਾਲ ਜੁੜੇ ਹੋਏ ਆ, ਪੰਜਾਬ ਦੀ ਸੋਵਰੇਨਟੀ ਨਾਲ ਜੁੜੇ ਹੋਏ ਆ, ਉਹ ਸਾਰੇ ਅੱਜ ਹੀ ਯਾਦ ਆ ਗਏ ਤੁਹਾਨੂੰ। ਜਿਹੜੇ ਸਵਾਲ ਅੱਜ ਸਿਆਸੀ ਲੀਡਰਾਂ ਨੂੰ ਕਿਸਾਨ ਘੇਰ ਕੇ ਪੁੱਛਦੇ ਨੇ ਕਿ ਕੱਲ ਕੋਈ ਵੀ ਸੰਯੁਕਤ ਕਿਸਾਨ ਮੋਰਚੇ 'ਚ ਵਿਅਕਤੀ ਜਾਂਦਾ ਸਿਆਸਤ ਵਾਲੇ ਪਾਸੇ, ਕੀ ਉਹਨਾਂ ਨੂੰ ਵੀ ਕਿਸਾਨ ਗੱਡੀਆਂ ਘੇਰ ਕੇ ਪੁੱਛਣਗੇ ਵੀ, ਤੇ ਪੁੱਛਣਾ ਚਾਹੀਦਾ ਵੀ ਹੈ। ਦੋਨੋਂ ਚੀਜ਼ਾਂ ਸੱਚ ਨੇ। ਜੇ ਉਹਨਾਂ ਨੂੰ ਨਹੀਂ ਪੁੱਛਣਾ ਤੇ ਫਿਰ ਇਹਦਾ ਮਤਲਬ ਫਰਾਡ ਹੋ ਰਿਹਾ, ਇਹਦਾ ਮਤਲਬ ਧੋਖਾ ਹੋ ਰਿਹਾ। ਕਿਤੇ ਸਿਰਫ ਕੁਝ ਸਿਆਸੀ ਪਾਰਟੀਆਂ ਨੂੰ ਤੁਸੀਂ ਥੱਲੇ ਗੱਡੇ ਤੋਂ ਸੁੱਟਣਾ ਸੀ ਤੇ ਉਸ ਗੱਡੇ ਤੇ ਆਪ ਚੜ੍ਹਨਾ ਸੀ, ਇਹਦਾ ਮਤਲਬ ਇਹ ਹੋ ਗਿਆ ਨਾ। ਸਵਾਲ ਤਾਂ ਹੋਣੇ ਚਾਹੀਦੇ। ਡੈਮੋਕ੍ਰੇਸੀ ਜੇ ਤੁਸੀਂ ਕਹਿੰਦੇ ਹੋ, ਲੋਕਤੰਤਰ ਹੈ, ਫਿਰ ਕਿਹੜੇ ਉਹ ਲੋਕ ਨੇ ਜਿਹੜੇ ਕਿਸਾਨੀ ਮੋਰਚੇ ਦੇ ਉੱਤੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ? ਬਹੁਤ ਸਾਰੇ ਨੇ। ਦੇਖੋ, ਜਿਵੇਂ ਇੱਕ ਫਾਰ ਐਗਜ਼ਾਮਪਲ ਹੈ ਕਿ ਮੈਂ ਮਤਲਬ ਜਿਹਨਾਂ ਚੀਜ਼ਾਂ ਬਾਰੇ ਸਪਸ਼ਟ ਹਾਂ, ਜਿਹਨਾਂ ਚੀਜ਼ਾਂ ਬਾਰੇ ਮੇਰੀ ਸਮਝ ਮੈਨੂੰ ਕਹਿੰਦੀ ਹੈ ਕਿ ਮੈਂ ਸਪਸ਼ਟ ਹਾਂ, ਜਿੱਥੇ ਮੈਂ ਨਹੀਂ ਸਪਸ਼ਟ ਮੈਂ ਨਹੀਂ ਗੱਲ ਕਰਦਾ। ਲੇਕਿਨ ਸ਼ੰਭੂ ਤੋਂ ਜਦੋਂ ਮੋਰਚਾ ਲੱਗਦਾ ਉੱਥੇ ਫਸਟ ਸਟੇਟਮੈਂਟ ਉਸ ਮੋਰਚੇ ਦੇ ਜਿਹੜਾ ਮੁੱਖ ਆਗੂ ਹੈ ਉਸ ਦਾ, ਹੈ ਨਾ, ਉਹ ਵੀ ਫਿਲਮੀ ਨਾਇਕ ਹੈ, ਉਹ ਫਸਟ ਸਟੇਟਮੈਂਟ ਜਿਹੜੀ ਦਿੰਦਾ, ਦੈਟ ਸਟੇਟਮੈਂਟ ਵਾਸ ਡੇਂਜਰਸ। ਉਹ ਸਟੇਟਮੈਂਟ ਜਿਹੜੀ ਸੀ ਡੈਰੋਗੇਟਰੀ ਸਟੇਟਮੈਂਟ ਸੀ, ਡੇਂਜਰਸ ਵੀ ਸੀ। ਉਹ ਇਹ ਕਹਿੰਦਾ ਕਿ ਠੀਕ ਹੈ, ਜਥੇਬੰਦੀਆਂ ਵੀ ਕਰ ਰਹੀਆਂ ਨੇ ਕੰਮ, ਲੇਕਿਨ ਅਸਲ ਮੋਰਚਾ ਤੇ ਆਪਾਂ ਲਾਵਾਂਗੇ। ਇਹ ਤਾਂ ਛੋਟੀਆਂ ਗੱਲਾਂ ਨੇ ਕਿ ਤੁਸੀਂ ਆਰਥਿਕ ਮਸਲਿਆਂ ਲਈ ਲੜ ਰਹੇ ਹੋ, ਰੋਟੀ ਦਾ ਮਸਲਾ, ਜ਼ਮੀਨ ਦਾ, ਤਾਂ ਬਹੁਤ ਛੋਟੀ ਗੱਲ ਹੈ। ਅਸੀਂ ਤਾਂ ਵੱਡੀ ਗੱਲ ਕਰਨੀ ਹੈ, ਅਸੀਂ ਵੱਡੀ ਗੱਲ ਕਰਨੀ ਹੈ। ਉੱਥੇ ਸਵਾਲ ਖੜਾ ਹੋ ਜਾਂਦਾ ਹੈ ਕਿ ਜਿਹੜੀ ਵੱਡੀ ਗੱਲ ਹੈ, ਇਹ ਵੱਡੀ ਗੱਲ ਪਹਿਲਾਂ ਕਿਹੜੇ ਝੋਲੇ 'ਚ ਪਾ ਕੇ ਤੁਸੀਂ ਬੰਦ ਕਰਕੇ ਗੱਠ ਮਾਰ ਕੇ ਰੱਖੀ ਹੋਈ ਸੀ?
ਉਸ ਸਮੇਂ ਕਿਉਂ? ਉਸ ਸਮੇਂ ਕਿਉਂ ਨਿਕਲ ਕੇ ਵੱਡੀ ਗੱਲ ਆ ਗਈ? ਪਹਿਲਾਂ ਉਹ ਵੱਡੀ ਗੱਲ ਕਿੱਥੇ ਸੀ? ਜੇ ਮੈਂ ਧਾਰਮਿਕ ਬੰਦਾ ਆ, ਜੇ ਮੇਰੇ ਧਾਰਮਿਕ ਜਜ਼ਬਾਤ ਹੈਗੇ ਨੇ, ਮੈਨੂੰ ਮਤਲਬ ਧਰਮ ਦੀ ਇੱਕ ਜਿਹੜੀ ਇੱਕ ਆਜ਼ਾਦੀ ਹੈ ਮੰਨਣ ਦੀ ਵੀ, ਤੇ ਉਸ ਨੂੰ ਵੱਡਾ ਕਰਨ ਦੀ, ਲੋਕਾਂ ਦੇ ਵਿੱਚ ਪ੍ਰਚਾਰਨ ਦੀ, ਫੈਲਾਉਣ ਦੀ, ਉਹਨੂੰ ਮੰਨਣ ਦੀ ਹਰ ਤਰ੍ਹਾਂ ਦੀ ਆਜ਼ਾਦੀ ਚਾਹੀਦੀ ਹੈ, ਤਾਂ ਮੇਰੇ ਪੇਟ ਨੂੰ ਰੋਟੀ ਵੀ ਤਾਂ ਚਾਹੀਦੀ ਹੈ ਨਾ। ਭੁੱਖਾ ਬੰਦਾ ਕਿੰਨੀ ਕੁ ਦੇਰ ਤੱਕ ਧਾਰਮਿਕ ਰਹਿ ਲੇਗਾ? ਦੋਨਾਂ ਚੀਜ਼ਾਂ ਦਾ ਕਿਤੇ ਬੈਲੈਂਸ ਤਾਂ ਹੋਣਾ ਚਾਹੀਦਾ ਨਾ। ਇਹ ਸਟੇਟਮੈਂਟ ਤਾਂ ਨਹੀਂ ਜਾਣੀ ਚਾਹੀਦੀ ਨਾ ਕਿ ਨਹੀਂ ਪਹਿਲਾਂ ਅਸੀਂ ਆਪਣਾ ਇੱਕ ਧਰਮ ਦਾ ਜਿਹੜਾ ਰਾਜ ਹੈ ਉਹ ਕਾਇਮ ਕਰ ਲਈਏ, ਆਰਥਿਕ ਤਾਂ ਕੋਈ ਗੱਲ ਹੀ ਨਹੀਂ। ਸੋ ਉੱਥੋਂ ਉਹ ਜਿਹੜਾ ਉਹ ਉਸ ਤਰ੍ਹਾਂ ਦਾ ਮੋਰਚਾ ਜਿਹੜਾ ਇਸ ਸਟੇਟਮੈਂਟ ਤੋਂ ਨਿਕਲਦਾ ਹੋਇਆ ਮੋਰਚਾ ਆ, ਇਹਦਾ ਮਤਲਬ ਹੈ ਕਿ ਉਹ ਮੋਰਚਾ ਅਸਲ ਮੋਰਚੇ ਦਾ ਦੁਸ਼ਮਣ ਹੈ, ਅਸਲ ਮੋਰਚੇ ਨੂੰ ਲੀਹ ਤੋਂ ਲਾਹਣ ਦੀ ਕੋਸ਼ਿਸ਼ ਕਰ ਰਿਹਾ, ਔਰ ਕੋਸ਼ਿਸ਼ ਕੀਤੀ। ਲੇਕਿਨ ਜਿਵੇਂ ਤੁਸੀਂ ਜੇਲ੍ਹ ਦੀ ਚਾਰ ਦੀਵਾਰੀ ਕ੍ਰਾਸ ਕਰਕੇ ਜੇਲ੍ਹ ਦੇ ਅੰਦਰ ਜਾਂਦੇ ਹੋ, ਫਿਰ ਤੁਸੀਂ ਉਸੇ ਕਾਨੂੰਨ ਨੂੰ ਯੂਜ਼ ਕਰਦੇ ਹੋ, ਫਿਰ ਤੁਸੀਂ ਉਸੇ ਪੁਲਿਸ ਦੀ ਤਾਰੀਫ ਕਰਦੇ ਹੋ ਬਾਹਰ ਨਿਕਲ ਕੇ, ਪੁਲਿਸ ਬਹੁਤ ਵਧੀਆ ਸਲੂਕ ਕਰਦੀ ਹੈ ਸਾਡੀ, ਤਾਂ ਪੁਲਿਸ ਨੇ ਸਲੂਕ ਬਹੁਤ ਵਧੀਆ ਕੀਤਾ। ਤੁਸੀਂ ਉਸੇ ਕਾਨੂੰਨ ਦੀਆਂ ਚੋਰ ਮੁਗਰੀਆਂ ਰਾਹੀਂ ਫਿਰ ਤੁਸੀਂ ਵਾਪਸ ਆਉਂਦੇ ਹੋ। ਫਿਰ ਭਗਤ ਸਿੰਘ ਕਿਉਂ ਬਣਨ ਦੀ ਕੋਸ਼ਿਸ਼ ਕਰ ਰਹੇ ਹੋ? ਭਗਤ ਸਿੰਘ ਬਣੋ ਨਾ। ਫਿਰ ਜੇਲ੍ਹ ਦੇ ਅੰਦਰ ਜਾ ਕੇ ਵੀ ਭਗਤ ਸਿੰਘ ਉਹੀ ਰਹਿਣਾ ਚਾਹੀਦਾ ਨਾ ਜੋ ਜੇਲ੍ਹ ਦੇ ਬਾਹਰ ਸੀ। ਜਿੱਥੇ ਮੈਨੂੰ ਪਤਾ ਹੁੰਦਾ ਨਾਮ ਲੈ ਕੇ ਗੱਲ ਵਜ਼ਨ ਦਾ ਜਾਣੀ, ਉੱਥੇ ਮੈਂ ਨਾਮ ਲੈ ਕੇ ਕਰ ਲੈਣਾ। ਜਿੱਥੇ ਮੈਨੂੰ ਪਤਾ ਹੁੰਦਾ ਨਾਮ ਲੈਣ ਨਾਲ ਐਵੇਂ ਉਹ ਦੁੱਕੀ ਦੇ ਬੰਦੇ ਨੂੰ ਐਵੇਂ ਇੰਪੋਰਟੈਂਸ ਦੇ ਦੇਣੀ, ਉੱਥੇ ਮੈਂ ਨਾਮ ਨਹੀਂ ਲੈਂਦਾ। ਮੈਨੂੰ ਹੁੰਦਾ ਉਹ ਦੁੱਕੀ ਦਾ ਦੁੱਕੀ ਹੀ ਰਹੇ, ਠੀਕ ਹੈ। ਐਵੇਂ ਮੇਰੇ ਨਾਮ ਲੈਣ ਨਾਲ ਹੋਰ ਐਵੇਂ ਚਾਰ ਬੰਦੇ ਜਿਹੜੇ ਨਹੀਂ ਜਾਣਦੇ ਉਹ ਵੀ ਜਾਣਨ ਲੱਗ ਪੈਣ। ਇਹ ਤਾਂ ਤੁਸੀਂ ਕਿਸੇ ਦੇ ਵਿਆਹ 'ਚ ਚੱਲ ਜਾਓ, ਵਿਆਹ 'ਚ ਵੀ ਦੇਖ ਲਓ, ਵਿਆਹ 'ਚ 500 ਬੰਦਾ ਇਕੱਠਾ ਹੋਇਆ ਹੁੰਦਾ ਨਾ, 500 ਹੁੰਦਾ। ਡੋਲੀ ਤੁਰਨ ਵਾਲੇ ਕਿੰਨੇ ਹੁੰਦੇ? 25-30 ਹੁੰਦੇ। ਆਨੰਦ ਕਾਰਜ ਵੇਲੇ ਕਿੰਨੇ ਹੁੰਦੇ? 25-30 ਹੁੰਦੇ। ਤੇ ਮੇਨ ਰਸਮਾਂ ਤਾਂ ਉਹੀ ਹੁੰਦੀਆਂ ਦੋ, ਬਾਕੀ ਤਾਂ ਖਾਣ ਪੀਣਾ ਹੀ ਹੁੰਦਾ ਨਾ। ਉਹ ਤਾਂ 500 ਬੰਦਾ ਹੁੰਦਾ ਬੈਠਾ, ਹਲਾ ਰੌਣਕ ਮੇਲੇ 'ਚ ਤਾਂ ਹਰੇਕ ਉਹ ਬੰਦਾ ਚਲਾ ਜਾਂਦਾ। ਜਿੱਥੇ ਪਤਾ ਕਿ ਇੱਥੇ ਕੰਮ ਦੀ ਗੱਲ ਹੈ, ਇੱਥੇ ਫੋਕਸ ਇੱਥੇ ਹੋਣਾ, ਉੱਥੇ ਜਿਹੜੇ ਉਹ ਬੈਠੇ ਨੇ ਧਨ ਨੇ, ਜਿਹੜੇ ਉੱਥੇ ਬੈਠੇ ਨੇ, ਹੈ ਨਾ, ਜਿਹੜੇ ਮੀਂਹ ਵੀ ਚੱਲ ਰਹੇ ਨੇ, ਗਰਮੀ ਵੀ ਚੱਲ ਰਹੇ ਨੇ, ਝੱਖੜ, ਮੱਛਰ, ਮੱਖੀ ਸਭ ਕੁਝ ਚੱਲ ਰਿਹਾ, ਬਿਮਾਰੀਆਂ ਵੀ ਚੱਲ ਰਹੇ ਨੇ, ਕਰੋਨਾ ਵਰਗੀ ਬਿਮਾਰੀ ਨੂੰ ਵੀ ਹਾਰ ਦੇ ਦਿੱਤੀ ਜਿਨ੍ਹਾਂ ਨੂੰ ਉੱਥੇ ਬੈਠ ਕੇ ਉਹ ਨੇ ਨਿਸ਼ਾਨਦੇਹੀ ਉਹ ਕਰ ਰਹੇ ਨੇ। ਉਹ ਟੈਂਟਾਂ 'ਚ ਬੈਠੇ ਲੋਕ ਜਿਹੜੇ ਉਹ ਨਿਸ਼ਾਨਦੇਹੀ ਕਰ ਰਹੇ ਨੇ। ਕਿਸਾਨੀ ਅੰਦੋਲਨ ਨੂੰ ਗਏ ਹੋਏ 1 ਸਾਲ ਪੂਰਾ ਹੋ ਚੁੱਕਿਆ। ਉਸ ਤੋਂ ਪਹਿਲਾਂ ਵੀ ਲਗਾਤਾਰ ਪ੍ਰੋਟੈਸਟ ਜਾਰੀ ਸਨ ਪੰਜਾਬ ਦੇ ਵਿੱਚ, ਚਾਹੇ ਸੜਕਾਂ ਦਾ ਜ਼ਿਕਰ ਕਰ ਲਈਏ, ਚਾਹੇ ਰੇਲ ਲਾਈਨਾਂ ਰੋਕਣ ਦਾ ਜ਼ਿਕਰ ਕਰ ਲਈਏ। ਕਿਸਾਨ ਬੈਠੇ ਦੇ, ਟਰੈਕ 'ਤੇ ਵੀ ਬੈਠੇ ਦੇ ਵੀ ਕਾਲੇ ਕਾਨੂੰਨ ਰੱਦ ਕਰੋ। ਹੁਣ ਸਵਾਲ ਇਹ ਉੱਠਦਾ ਕਿ ਜਦੋਂ ਮੋਰਚਾ 1 ਸਾਲ ਹੋ ਗਿਆ ਉੱਥੇ ਗਏ ਨੂੰ, ਕਈ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਇਹੋ ਜਿਹੇ ਲੋਕ ਇਸ ਅੰਦੋਲਨ ਵਿੱਚ ਜੁੜੇ, ਉਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣੇ ਦੇ। ਜਦੋਂ ਮੋਰਚੇ ਦੀ ਕੋਈ ਵੀ ਐਕਟੀਵਿਟੀ ਹੁੰਦੀ ਸੀ, ਕਿਤੇ ਨਾ ਕਿਤੇ ਖਲਲ ਜ਼ਰੂਰ ਦਿਖਾਈ ਦਿੱਤਾ ਹੈ। ਹੁਣ ਸਭ ਤੋਂ ਅਹਿਮ ਸਵਾਲ ਹੈ ਕਿ ਜਿਹੜੇ ਮੋਰਚੇ ਨਾਲ ਜੁੜੇ ਦੇ, ਜਿਨ੍ਹਾਂ ਨੂੰ ਅੱਜ ਪਹਿਚਾਣ ਮਿਲ ਗਈ, ਇੱਕ ਪੰਜਾਬ ਵਿੱਚ ਜਾਂ ਪੂਰੀ ਦੁਨੀਆ ਵਿੱਚ ਪਹਿਚਾਣ ਮਿਲ ਗਈ ਹੈ, ਉਸ ਤੋਂ ਬਾਅਦ ਕਿ ਵਾਕਈ ਉਹਨਾਂ ਲੋਕਾਂ ਨੂੰ ਸਿਆਸਤ ਵਾਲੇ ਪਾਸੇ ਜਾਣਾ ਚਾਹੀਦਾ ਹੈ। ਕੋਈ ਵੀ ਵਿਅਕਤੀ ਮੋਰਚੇ ਦੇ ਨਾਲ ਜੁੜਿਆ ਹੋਇਆ, ਉਸ ਦਾ ਨਾਮ ਬਣ ਜਾਂਦਾ ਹੈ ਕਿ ਵਾਕਈ ਉਹ ਸਿਆਸੀ ਪਾਰਟੀ ਵਿੱਚ ਜਾਏਗਾ। ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਸਵਾਲ ਕਰ ਰਹੇ ਨੇ ਸਿਆਸੀ ਲੀਡਰਾਂ ਨੂੰ, ਕਿ ਉਸ ਵਿਅਕਤੀ ਨੂੰ ਵੀ ਸਵਾਲ ਹੋਣਗੇ। ਇਹ ਸਭ ਤੋਂ ਅਹਿਮ ਸਵਾਲ ਹੈ। ਔਰ ਦੂਸਰੇ ਪਾਸੇ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਗੱਲ ਕਹੀ ਨਹੀਂ ਵੀ ਉਹ ਸਿਆਸੀ ਪੱਖੋਂ ਕੋਈ ਸੋਚਣਗੇ, ਫਿਰ ਜਿਨ੍ਹਾਂ ਨੇ ਮੋਰਚੇ ਦੇ ਨਾਲ ਲੱਗ ਕੇ ਜਾਂ ਜਿਨ੍ਹਾਂ ਦਾ ਮੋਰਚੇ ਦੇ ਨਾਲ ਨਾਮ ਜੁੜਿਆ ਰਿਹਾ, ਕਿ ਉਹ ਸਿਆਸੀ ਪਾਰਟੀ ਬਣਾ ਲੈਣਗੇ ਜਾਂ ਕਿਸੇ ਹੋਰ ਵੀ ਸਿਆਸੀ ਪਾਰਟੀ ਵਿੱਚ ਚਲੇ ਜਾਣਗੇ। ਸਿਆਸੀ ਪਾਰਟੀ ਬਣਾਉਣਾ, ਸਿਆਸੀ ਪਾਰਟੀ ਵੀ ਜਾਣਾ ਡੈਮੋਕ੍ਰੈਟਿਕ ਉਹਨਾਂ ਦਾ ਰਾਈਟ ਹੈ, ਉਹ ਜਾ ਵੀ ਸਕਦੇ ਨੇ, ਪਰ ਕੀ ਵਾਕਈ ਕਿਸਾਨ ਵੀ ਉਸ ਵਿਅਕਤੀ ਕੋਲੋਂ ਸਵਾਲ ਕਰਨਗੇ? ਹੁਣ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਿੰਘ। ਇਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਅਜੀਬੋ ਗਰੀਬ ਕੁਝ ਲਿਖਿਆ ਹੈ। ਪਹਿਲਾ ਸ਼ਬਦ ਇਹਨਾਂ ਦਾ ਇਹੀ ਸੀ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ। ਇਹ ਗੱਲ ਕਹੀ ਗਈ ਸੀ ਸੋਨੀਆ ਮਾਨ ਵਾਸਤੇ। ਉਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦੇ ਵਿੱਚ ਜਾਂਦੇ ਜਾਂ ਨਹੀਂ ਜਾਂਦੇ ਉਹਨਾਂ ਦਾ ਨਿੱਜੀ ਫੈਸਲਾ ਹੈ, ਪਰ ਕੀ ਵਾਕਈ ਜੋ ਵੀ ਵਿਅਕਤੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ ਉਸ ਨੂੰ ਸਿਆਸੀ ਰਾਹ ਉੱਤੇ ਚੱਲਣਾ ਚਾਹੀਦਾ ਹੈ? ਸਾਨੂੰ ਡਾਕਟਰ ਸਾਹਿਬ ਸਿੰਘ ਨੇ ਸ਼ੁਰੂਆਤ ਕਰਾਂਗੇ ਸਭ ਫੜੇ ਜਾਣਗੇ, ਚਰਚਾ ਇਹਨਾਂ ਨੇ ਇੱਥੋਂ ਸ਼ੁਰੂ ਕੀਤੀ ਔਰ ਖਤਮ ਵੀ ਇਹਨਾਂ ਨੇ ਚਰਚਾ ਇੱਥੇ ਆ ਕੇ ਕੀਤੀ। ਕਿਉਂ ਇਹਨਾਂ ਨੂੰ ਸ਼ਬਦ ਵਰਤਣੇ ਪਏ ਸਭ ਫੜੇ ਜਾਣਗੇ, ਔਰ ਕਿਉਂ ਜ਼ਿਕਰ ਕਰ ਰਹੇ ਨੇ ਕਿ ਕੋਈ ਵੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਜੇ ਕੱਲ੍ਹ ਨੂੰ ਸਿਆਸੀ ਪੱਖੋਂ ਹੋ ਜਾਂਦਾ, ਸਵਾਲ ਕਿਸਾਨ ਉਸ ਨੂੰ ਵੀ ਕਰਨਗੇ, ਗੱਡੀ ਘੇਰ ਕੇ ਹੀ ਕਰਨਗੇ, ਕਿ ਵਾਕਈ ਹੀ ਉਹ ਫਿਰ ਸਵਾਲਾਂ ਲਈ ਤਿਆਰ ਨੇ? ਸਾਹਿਬ ਸਿੰਘ ਸਾਡੇ ਨਾਲ ਨੇ। ਭਾਈ ਬਾਬਾ ਸਵਾਗਤ ਹੈ ਪੰਜਾਬ ਨਿਊਜ਼ ਤੇ। ਜੀ ਸ਼ੁਕਰੀਆ ਜੀ, ਮਿਹਰਬਾਨੀ। ਸੋਸ਼ਲ ਮੀਡੀਆ ਦਾ ਆਪਾਂ ਦੇਖਦੇ ਹਾਂ ਜੋ ਆਵਾਜ਼ ਹੁੰਦੀ ਹੈ ਇਹ ਰੁਕਦੀ ਨਹੀਂ ਕਿਤੇ ਵੀ, ਇਹ ਲਗਾਤਾਰ ਹੀ ਅੱਗੇ ਤੋਂ ਅੱਗੇ ਵਧੀ ਜਾਂਦੀ ਹੈ। ਹੁਣ ਤੁਸੀਂ ਇੱਕ ਨਵੀਂ ਚਰਚਾ ਛੇੜੀ ਹੈ, ਸਟਾਰਟਿੰਗ ਕੀਤੀ ਸਭ ਫੜੇ ਜਾਣਗੇ। ਸੋਨੀਆ ਮਾਨ ਦਾ ਤੁਸੀਂ ਬਕਾਇਦਾ ਨਾਮ ਵੀ ਜ਼ਿਕਰ ਵੀ ਕੀਤਾ, ਗੁਰਨਾਮ ਸਿੰਘ ਚੜੂਨੀ ਦਾ ਵੀ ਜ਼ਿਕਰ ਕਰਦੇ ਹੋ ਵੀ ਉਹ ਵੀ ਸਿਆਸੀ ਪੱਖ ਹੁੰਦੇ ਤਾਂ ਆਪਦਾ ਕੀ ਰੋਲ ਅਦਾ ਕਰਨਗੇ। ਪਹਿਲਾਂ ਮੇਰਾ ਸਵਾਲ ਹੈ ਕਿ ਤੁਹਾਨੂੰ ਲਿਖਣ ਦੀ ਲੋੜ ਕਿਉਂ ਪਈ, ਉਹ ਵੀ ਖਾਸ ਕਰਕੇ ਸੋਨੀਆ ਮਾਨ ਤੇ?
ਦੇਖੋ ਇਹ ਮੋਰਚਾ ਕਿਸ ਮੋਰਚੇ ਨਾਲ ਮੈਂ ਸ਼ਿੱਦਤ ਨਾਲ ਜੁੜਿਆ ਹੋਇਆ, ਸਿਰਫ ਉਦੋਂ ਨਹੀਂ ਵੀ ਜਦੋਂ ਇਹ ਮੋਰਚਾ ਦਿੱਲੀ ਗਿਆ। ਮੋਰਚਾ ਦਿੱਲੀ ਤੋਂ ਪਹਿਲਾਂ ਵੀ ਮੋਰਚਾ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਜਦੋਂ ਲੋਕੀ ਟਰੈਕਸ ਦੇ ਉੱਤੇ ਬੈਠੇ ਸੀ, ਥਰਮਲ ਪਲਾਂਟਾਂ ਦੇ ਬਾਹਰ ਬੈਠੇ ਸੀ, ਤੇ ਮੈਂ ਲਗਾਤਾਰ ਉੱਥੇ ਜਾ ਕੇ ਸਰਗਰਮੀ ਕਰਦਾ ਸੀ ਤੇ ਸਰਗਰਮੀ ਦੇਖਦਾ ਵੀ ਸੀ, ਉਹਦੇ ਵਿੱਚ ਹਿੱਸਾ ਵੀ ਬਣਦਾ ਸੀ। ਉਹ ਮੋਰਚਾ ਚਲੋ ਜਿਵੇਂ ਜਿਵੇਂ ਵਧਿਆ ਅੱਗੇ, ਲੋਕੀ ਉਹਦੇ ਸ਼ਾਮਲ ਹੋਏ, ਫਿਰ ਉਹਦੇ 'ਚ ਕਿੰਨੇ ਸਾਰੇ ਲੋਕੀ ਹੋਰ ਸ਼ਾਮਲ ਹੁੰਦੇ ਗਏ, ਠੀਕ ਹੈ। ਹੁਣ ਜਦੋਂ ਮੇਰੇ ਵਰਗਾ ਕੋਈ ਬੰਦਾ ਜਿਹੜਾ ਇੱਕ ਲੇਖਕ ਹੈ, ਇੱਕ ਕਲਾਕਾਰ ਹੈ, ਜੇ ਉਸ ਮੋਰਚੇ ਨਾਲ ਸਹਿਮਤੀ ਰੱਖਦਾ ਹੈ, ਉਸ ਮੋਰਚੇ ਦੇ ਵਿੱਚ ਸ਼ਾਮਲ ਹੁੰਦਾ, ਜੋ ਮੋਰਚਾ ਤੁਹਾਨੂੰ ਮਾਣ ਸਤਿਕਾਰ ਦਿੰਦਾ ਹੈ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਸ ਮੋਰਚੇ ਦੇ ਮੋਹਰਾਂ ਤੇ ਚੜ੍ਹ ਕੇ ਆਪਣੀ ਕੋਈ ਅਲੱਗ ਹੱਟੀ ਖੋਲ੍ਹਣ ਦੀ ਕੋਸ਼ਿਸ਼ ਕਰੋ। ਖੋਲ੍ਹਣ ਦੀ ਕੋਸ਼ਿਸ਼ ਜੋ ਵੀ ਕਰੇਗਾ ਉਹ ਫੜਿਆ ਜਾਏਗਾ। ਇਸੇ ਕਰਕੇ ਮੈਂ ਕਹਿ ਰਿਹਾ ਸਭ ਫੜੇ ਜਾਣਗੇ ਕਿ ਜੇ ਤੁਸੀਂ ਉਸ ਮੋਰਚੇ ਵਿੱਚ ਜਾ ਕੇ ਤੁਸੀਂ ਉਸ ਮੋਰਚੇ ਦੇ ਪੱਧਰ ਤੇ ਪ੍ਰਸਿੱਧੀ ਹਾਸਲ ਕਰ ਰਹੇ ਹੋ, ਕਿਉਂਕਿ ਤੁਹਾਨੂੰ ਪਤਾ ਮੋਰਚਾ ਭਖਿਆ ਹੋਇਆ, ਇੰਟਰਨੈਸ਼ਨਲ ਪੱਧਰ ਤੇ ਉਹਦੀ ਗੱਲ ਹੋ ਰਹੀ ਹੈ, ਨੈਸ਼ਨਲ ਪੱਧਰ ਤੇ ਗੱਲ ਹੋ ਰਹੀ ਹੈ, ਪੂਰਾ ਪੰਜਾਬ ਭਖਿਆ ਹੋਇਆ, ਕੀ ਯੂਥ, ਕੀ ਬਜ਼ੁਰਗ, ਕੀ ਬੱਚੇ, ਕੀ ਕੁੜੀਆਂ, ਕੀ ਧੀਆਂ, ਭੈਣਾਂ, ਮਾਵਾਂ ਸਭ ਹੈਗੇ ਨੇ। ਤੁਹਾਨੂੰ ਪਤਾ ਇਸ ਬਾਰੇ ਪਲੇਟਫਾਰਮ ਭਖਿਆ ਹੋਇਆ, ਤੇ ਤੁਸੀਂ ਜਾ ਕੇ ਉੱਥੇ ਦੇਖੋ, ਫਿਰ ਉਸ ਗਰਮੀ ਨੂੰ ਤੁਸੀਂ ਯੂਜ਼ ਕਰੋ, ਫਿਰ ਤੁਸੀਂ ਆਪਣੇ ਨਿੱਜੀ ਮਫਾਦ ਜਿਹੜੇ ਉਹ ਸਾਹਮਣੇ ਰੱਖੋ। ਜਦੋਂ ਤੁਸੀਂ ਨਿੱਜੀ ਮਫਾਦ ਸਾਹਮਣੇ ਰੱਖੋਗੇ ਤਾਂ ਜਿਹੜਾ ਮੋਰਚੇ ਦਾ ਅਸਲ ਮਕਸਦ ਹੈ, ਜਿਹੜੀ ਮੋਰਚੇ ਦੀ ਅਸਲ ਲੜਾਈ ਹੈ, ਉਹ ਕਿਤੇ ਨਾ ਕਿਤੇ ਪਤਲੀ ਪੈਂਦੀ ਹੈ। ਉਹਦੇ 'ਚ ਲੋਕਾਂ ਦਾ ਵਿਸ਼ਵਾਸ ਫਿਰ ਤਿੜਕਦਾ। ਲੋਕੀ ਹੁਣ ਸੋਨੀਆ ਮਾਨ ਹੈ, ਜਿਵੇਂ ਹੁਣ ਸੋਨੀਆ ਮਾਨ ਦੀ ਚਰਚਾ ਚੱਲੀ ਕਿ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੀ ਹੈ। ਹੁਣ ਕੱਲ੍ਹ ਤੱਕ ਲੋਕੀ ਸੋਨੀਆ ਮਾਨ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਸਟੇਜਾਂ ਤੇ ਦੇਖਦੇ ਆ ਰਹੇ ਆ, ਬਾਹਰ ਜਿਹੜੀਆਂ ਵੱਡੀਆਂ ਮਹਾਂ ਸੰਮੇਲਨ ਜਾਂ ਹੁੰਦੇ ਆ ਜਾਂ ਕਿਸਾਨ ਕਾਨਫਰੰਸਾਂ ਹੁੰਦੀਆਂ ਉਹਨਾਂ ਵਿੱਚ ਸਟੇਜਾਂ ਉੱਤੇ ਬੋਲਦੇ ਦੇਖਦੇ ਆ, ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਬੋਲਦੇ ਹੋਏ ਦੇਖਦੇ ਆ ਕਿ ਉਹ ਕਿਸਾਨ ਮੋਰਚੇ ਦੇ ਹੱਕ 'ਚ ਬੋਲ ਰਹੀ ਹੈ। ਤੇ ਅੱਜ ਜਦੋਂ ਲੋਕਾਂ ਨੂੰ ਸਡਨਲੀ ਇਹ ਨਿਊਜ਼ ਮਿਲਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਆਪਾਂ ਨੂੰ ਸੰਭਾਵਨਾ ਤੇ ਇਤਰਾਜ਼ ਹੈ। ਸੰਸਕ੍ਰਿਤ ਦਾ ਇੱਕ ਸ਼ਲੋਕ ਹੈ, ਜੱਤਰ ਜੱਤਰ ਅਗਨੀ ਤੱਤਰ ਤੱਤਰ ਧੂਮ, ਮਤਲਬ ਜਿੱਥੇ ਅੱਗ ਹੋਏਗੀ ਧੂੰਆਂ ਉੱਥੋਂ ਹੀ ਨਿਕਲੇਗਾ। ਕਿਤੇ ਨਾ ਕਿਤੇ ਤਾਂ ਕੋਈ ਗੱਲ ਹੋਈ ਹੈ ਨਾ, ਕਿਤੇ ਨਾ ਕਿਤੇ ਤਾਂ ਕੋਈ ਮੁਲਾਕਾਤ ਹੋਈ ਹੈ, ਕੋਈ ਮੀਟਿੰਗ ਹੋਈ ਹੈ, ਚੌਟਾਲਾ ਨੇ ਕਰਾਈ, ਕਿਹਨੇ ਕਰਾਈ, ਆਈ ਡੋਂਟ ਨੋ। ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਏਗਾ। ਜੇ ਚਰਚਾ ਚੱਲੀ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਦਿਲ 'ਚ ਲੱਡੂ ਭੁਰ ਰਹੇ ਨੇ ਕਿ ਅਸੀਂ, ਸਾਡਾ ਨਾਮ ਬਣ ਗਿਆ, ਲੋਕੀ ਸਾਨੂੰ ਲੱਖਾਂ ਲੋਕੀ ਜਾਣਦੇ ਨੇ, ਤੇ ਆਪਾਂ ਕਿਸੇ ਪਾਰਟੀ ਨੂੰ, ਸਿਆਸੀ ਪਾਰਟੀ ਨੂੰ ਆਪਾਂ ਚੁਣ ਲਈਏ, ਉਹਦੇ ਵਿੱਚ ਜਾ ਕੇ ਤੇ ਆਪਾਂ ਸਿਆਸੀ ਲੀਡਰ ਬਣ ਜਾਈਏ, ਲੋਕਾਂ ਨੇ ਸਾਨੂੰ ਵੋਟਾਂ ਪਾ ਦੇਣੀਆਂ। ਇਹ ਧੋਖਾ ਹੈ, ਇਹ ਬੇਈਮਾਨੀ ਹੈ, ਇਹ ਫਰਾਡ ਕਹੂੰਗਾ ਮੈਂ ਇਹਨੂੰ, ਇਹ ਸਾਜ਼ਿਸ਼ ਹੈ। ਤੁਸੀਂ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਤਾਂ ਮੋਰਚਾ ਸਹੀ ਸਿਆਣੇ ਹੱਥਾਂ 'ਚ ਬੈਠਾ ਹੈ, ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਲੱਖ ਮੁਸੀਬਤਾਂ ਝੱਲ ਕੇ ਵੀ ਇਸ ਮੋਰਚੇ ਨੂੰ ਕਾਇਮ ਰੱਖਿਆ ਹੋਇਆ, ਤਾਂ ਕਰਕੇ ਮੋਰਚਾ ਟੁੱਟਦਾ ਨਹੀਂ ਇਹੋ ਚੀਜ਼ਾਂ ਨਾਲ ਗੱਲ। ਲੇਕਿਨ ਮੇਰਾ ਇੱਕ ਬਤੌਰ ਲੇਖਕ ਤੇ ਬਤੌਰ ਕਲਾਕਾਰ ਫਰਜ਼ ਬਣਦਾ ਹੈ ਕਿ ਮੈਂ ਬਾਰ-ਬਾਰ ਇਸ ਚੀਜ਼ ਦੇ ਉੱਤੇ ਚੇਤੰਨ ਕਰਾਂ। ਇਹ ਪੋਸਟ ਪਾਉਣ ਦਾ ਵੀ ਮੇਰਾ ਸਭ ਤੋਂ ਵੱਡਾ ਮਕਸਦ ਇਹੀ ਸੀ, ਜਦੋਂ ਮੈਂ ਇਹ ਲਾਈਨ ਉਹਦੇ ਵਿੱਚ ਲਿਖ ਰਿਹਾ ਵੀ ਸਾਰੇ ਫਿਲਮੀ ਤੇ ਰੰਗਮੰਚ ਦੇ ਕਲਾਕਾਰਾਂ ਨੂੰ ਤੇ ਲੇਖਕਾਂ ਨੂੰ ਇਸ ਗੱਲ ਦਾ ਭਲੀ ਭਾਂਤ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਸ ਮੋਰਚੇ ਵਿੱਚ ਸਾਡੀ ਭੂਮਿਕਾ ਸਹਾਇਕ ਅਦਾਕਾਰ ਦੀ ਹੈ। ਅਸੀਂ ਸਹਾਇਕ ਬਣ ਕੇ ਉਹ 'ਚ ਵਿਚਰਨਾ, ਸਮੇਤ ਮੇਰੇ ਆਪਣੇ ਆਪ ਨੂੰ ਮੈਂ ਸ਼ਾਮਲ ਕਰ ਰਿਹਾ। ਜਿੱਦਣ ਅਸੀਂ ਇਹ ਸੋਚਣ ਲੱਗ ਪਵਾਂਗੇ ਨਾ ਕਿ ਮੋਰਚਾ ਤਾਂ ਮੇਰੇ ਕਰਕੇ ਖੜਾ, ਉਦੋਂ ਫਿਰ ਅਸੀਂ ਮਾਰ ਖਾ ਜਾਵਾਂਗੇ। ਅੱਛਾ, ਕਲਾਕਾਰ ਸੋਚਦਾ ਕਿ ਮੈਂ ਲੋਕਾਂ ਦਾ ਕਲਾਕਾਰ ਹੈਗਾ, ਮੈਨੂੰ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ, ਕਲਾਕਾਰ ਵੀ ਫਾਇਦਾ ਚੁੱਕਦਾ ਵੀ ਜਿਹੜੇ ਪਾਸੇ ਹਵਾ ਚੱਲੀ ਉਸ ਪਾਸੇ ਹੋ ਜੀ। ਦੇਖੋ, ਜੇ ਤਾਂ ਕਲਾਕਾਰ ਸੱਚਾ ਕਲਾਕਾਰ ਹੈ, ਲੋਕਾਂ ਦਾ ਕਲਾਕਾਰ ਹੈ, ਲੋਕ ਪੱਖੀ ਸੋਚਦਾ ਹੈ, ਲੋਕਾਂ ਦੇ ਫਿਕਰਾਂ ਦੀ ਬਾਂਹ ਫੜਦਾ, ਲੋਕਾਂ ਦੇ ਨਾਲ ਜੁੜਦਾ, ਫਿਰ ਤਾਂ ਉਹ ਕਦੇ ਵੀ ਇਹ ਨਹੀਂ ਸੋਚੇਗਾ, ਫਿਰ ਤਾਂ ਉਹ ਇਹ ਸੋਚੇਗਾ ਕਿ ਮੇਰੀ ਭੂਮਿਕਾ ਕੀ ਹੈ। ਜਦੋਂ ਕੋਈ ਚੀਜ਼, ਸਮਾਜ ਹੈ, ਸਮਾਜਿਕ ਸੰਘਰਸ਼ ਹੁੰਦੇ ਨੇ, ਕਿੰਨੇ ਸੰਘਰਸ਼ ਹੁੰਦੇ ਨੇ। ਆਪਾਂ ਜ਼ਿੰਦਗੀ ਦੇ ਵਿੱਚ ਫੈਮਿਲੀ ਦਾ ਸੰਘਰਸ਼ ਕਰਦੇ ਹਾਂ, ਉਹਦੇ ਵਿੱਚ ਫਾਦਰ ਦੀ ਅਲੱਗ ਭੂਮਿਕਾ ਹੁੰਦੀ, ਮਦਰ ਦੀ ਅਲੱਗ ਹੁੰਦੀ, ਭੈਣ ਦੀ, ਭਰਾ ਦੀ, ਪਤਨੀ ਦੀ, ਬੱਚਿਆਂ ਦੀ, ਸਭ ਦੀ ਅਲੱਗ-ਅਲੱਗ ਭੂਮਿਕਾ ਹੁੰਦੀ ਨਾ। ਜੇ ਸਾਰੇ ਆਪਣੀ ਭੂਮਿਕਾ ਨਿਭਾਉਣ ਤਾਂ ਪਰਿਵਾਰ ਠੀਕ ਚੱਲਦਾ। ਜੇ ਸਾਰੇ ਇੱਕੋ ਹੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰੀ ਜਾਣ ਤੇ ਫਿਰ ਕਨਫਿਊਜ਼ਨ ਖੜਾ ਹੋਏਗਾ। ਸੋ ਜਿੱਥੇ ਤਾਂ ਲੋਕ ਪੱਖੀ ਕਲਾਕਾਰ ਹੈ, ਉਹ ਤੇ ਆਪਣੀ ਭੂਮਿਕਾ ਨਿਭਾਏਗਾ, ਆਪਣਾ ਰੋਲ ਦਾ ਖਿਆਲ ਰੱਖੇਗਾ ਕਿ ਮੇਰੀ ਭੂਮਿਕਾ ਕੀ ਹੈ, ਉਹ ਖਿਆਲ ਰੱਖੇਗਾ। ਜਿੱਥੇ ਉਹਨੇ ਆਪਣਾ ਕੋਈ ਫਾਇਦਾ ਖੱਟਣਾ ਆ, ਫਿਰ ਉਹ ਉੱਪਰ ਦੀ ਜਾਣ ਦੀ ਕੋਸ਼ਿਸ਼ ਕਰੇਗਾ, ਫਿਰ ਉਹ ਨਾ ਬਾਕੀ ਚੀਜ਼ਾਂ ਨੂੰ ਕੰਡੈਮ ਕਰੇਗਾ ਜਿਹੜੀਆਂ ਠੀਕ ਹੋ ਰਹੀਆਂ। ਸੋਨੀਆ ਮਾਨ ਫਾਇਦਾ ਕੱਢਣਾ ਚਾਹੁੰਦੇ ਸਨ ਜੇ ਚਲੇ ਜਾਂਦੇ। ਦੇਖੋ, ਅਗਰ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣ ਦਾ ਫੈਸਲਾ ਲੈਂਦੀ ਹੈ ਤਾਂ ਇਹਦਾ ਮਤਲਬ ਫਾਇਦਾ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਦਾ ਮਤਲਬ ਜਿੱਥੇ ਤੁਰੀ ਫਿਰਦੀ ਸੀ ਉਹ ਪਲੇਟਫਾਰਮ ਤਿਆਰ ਕਰ ਰਹੀ ਸੀ। ਇਹਦਾ ਮਤਲਬ ਕਿ ਮੈਂ ਪਲੇਟਫਾਰਮ ਤਿਆਰ ਕਰਾਂ, ਮੇਰਾ ਚਿਹਰਾ ਲੋਕਾਂ ਦੇ ਵਿੱਚ ਨੋ ਹੋ ਜਾਵੇ। ਕਿ ਉਸ ਤੋਂ ਪਹਿਲਾਂ ਕਿੰਨੇ ਕੁ ਲੋਕੀ ਜਾਣਦੇ ਸੀ ਨਾ, ਜੇ ਇੱਕ ਦੋ ਫਿਲਮਾਂ 'ਚ ਕੰਮ ਕੀਤਾ ਜਾਂ ਕਿੰਨੇ ਕੁ ਲੋਕੀ ਜਾਣਦੇ ਸੀ ਸੋਨੀਆ ਮਾਨ ਨੂੰ। ਅਸੀਂ ਨਹੀਂ ਸੀ ਬਹੁਤਾ ਜਾਣਦੇ, ਕਿੰਨੇ ਕੁ ਲੋਕੀ ਜਾਣਦੇ ਸੀ। ਅੱਜ ਲੋਕੀ ਜਾਣਦੇ ਨੇ, ਕਾਹਦੇ ਕਰਕੇ ਜਾਣਦੇ ਨੇ? ਮੋਰਚੇ ਕਰਕੇ ਜਾਣਦੇ ਨੇ। ਉਸ ਮੋਰਚੇ ਨੇ ਤੁਹਾਨੂੰ ਪਹਿਚਾਣ ਦਵਾਈ, ਪਰ ਤੁਹਾਡੀ ਪਹਿਚਾਣ ਤਾਂ ਕਲਾਕਾਰ ਦੇ ਤੌਰ ਤੇ ਹੈ ਨਾ। ਤੁਸੀਂ ਕਲਾਕਾਰ ਹੋ, ਕਲਾਕਾਰ ਰਹੋ। ਜੇ ਕਲਾਕਾਰ ਨੇ ਕੱਲ੍ਹ ਨੂੰ ਸਿਆਸਤ ਵਿੱਚ ਜਾਣਾ, ਉਹਦਾ ਇੱਕ ਪ੍ਰੋਸੈਸ ਹੋਣਾ ਚਾਹੀਦਾ ਹੈ ਕਿ ਕਲਾਕਾਰ ਦੀ ਕੋਈ ਟਰਾਂਸਫਰਮੇਸ਼ਨ ਹੋ ਰਹੀ ਹੈ। ਕੋਈ ਫਿਲਮੀ ਡਾਇਲੋਗ ਹੁੰਦਾ
ਜ਼ਿੰਦਗੀ ਵਿੱਚ ਜੋ ਸੱਚ ਹੋ ਜਾਵੇ? ਜਾਂ ਮੈਂ ਸਵਾਲ ਉਹਨਾਂ ਨੇ ਖੁਦ ਸੰਯੁਕਤ ਕਿਸਾਨ ਮੋਰਚੇ ਸਟੇਜ ਤੇ ਖੜ ਕੇ ਕਿਹਾ ਸੀ ਕਿ ਮੈਂ ਸਿਆਸੀ ਪੱਖੋਂ ਸੋਚਾਂਗੀ ਸਾਰਿਆਂ ਨਾਲੋਂ ਵੱਡੀ ਗਦਾਦ ਮੈਂ ਆਵਾਂਗੀ, ਕਿ ਡਾਇਲੋਗ ਤੱਕ ਸੀਮਤ ਨੇ। ਦੇਖੋ ਡਾਇਲੋਗ ਕੋਈ ਵੀ ਲੇਖਕ ਜਾਂ ਕਿਸੇ ਫਿਲਮ ਦਾ ਜਾਂ ਨਾਟਕ ਦਾ ਜਿਹੜਾ ਡਾਇਲੋਗ ਹੁੰਦਾ ਕਿਤੇ ਉੱਪਰੋਂ ਤਾਂ ਉਤਰਦਾ ਨਹੀਂ, ਖਲਾ ਤੋਂ ਤਾਂ ਉਤਰਦਾ ਨਹੀਂ। ਨਾਟਕ ਵੀ ਜ਼ਿੰਦਗੀ ਚੋਂ ਨਿਕਲਦਾ ਹੈ, ਫਿਲਮਾਂ ਵੀ ਜ਼ਿੰਦਗੀ ਚੋਂ ਨਿਕਲਦੀਆਂ, ਡਾਇਲੋਗ ਵੀ ਜ਼ਿੰਦਗੀ ਚੋਂ ਨਿਕਲਦੇ ਆ। ਸਵਾਲ ਤਾਂ ਇਹ ਪੈਦਾ ਹੁੰਦਾ ਕਿ ਜਿਹੜਾ ਡਾਇਲੋਗ ਤੁਸੀਂ ਬੋਲ ਰਹੇ ਹੋ, ਚਾਹੇ ਮੰਚ ਤੋਂ ਬੋਲ ਰਹੇ ਹੋ, ਚਾਹੇ ਫਿਲਮ ਦੇ ਕੈਮਰੇ ਦੇ ਸਾਹਮਣੇ ਬੋਲ ਰਹੇ ਹੋ, ਕੀ ਤੁਸੀਂ ਇਮਾਨਦਾਰੀ ਨਾਲ ਬੋਲ ਰਹੇ ਹੋ? ਕੀ ਤੁਸੀਂ ਆਪਣੀ ਭੂਮਿਕਾ ਦੀ ਮਰਿਆਦਾ ਸਮਝ ਕੇ ਬੋਲ ਰਹੇ ਹੋ? ਅੱਜ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਗੱਲਾਂ ਕਰ ਰਿਹਾ ਜਾਂ ਮੈਂ ਛੁਪਾ ਰਿਹਾ ਕੁਝ, ਮੈਂ ਬੇਈਮਾਨੀ ਕਰ ਰਿਹਾ? ਇਹ ਦੋ ਚੀਜ਼ਾਂ 'ਚ ਬਹੁਤ ਵੱਡਾ ਡਿਫਰੈਂਸ ਹੈ। ਡਾਇਲੋਗ ਤੇ ਆਪਸੀ ਗੱਲਬਾਤ ਸਮਾਜ ਦੀ ਇੱਕੋ ਹੋ ਸਕਦੇ ਨੇ, ਇਹਨਾਂ 'ਚ ਕੋਈ ਡਿਫਰੈਂਸ ਨਹੀਂ ਹੋਣਾ ਚਾਹੀਦਾ। ਅੱਛਾ ਡਾਇਰੈਕਟਰ ਹਮੇਸ਼ਾ ਤੁਹਾਨੂੰ ਕਹਿੰਦਾ ਕਿ ਯਾਰ ਇਦਾਂ ਦੀ ਐਕਟਿੰਗ ਕਰ ਜਿਹੜੀ ਲੋਕਾਂ ਨੂੰ ਆਪਣੀ ਸੁਭਾਵਿਕ ਲੱਗੇ, ਬਣਾਵਟੀ ਨਾ ਲੱਗੇ। ਅੱਛਾ, ਮੈਂ ਇੱਕ ਸਵਾਲ ਹੋ ਕਿ ਸਨੀ ਦਿਓਲ ਆਏ ਸੀ, ਡਾਇਲੋਗ ਬੋਲੇ ਉਹਨਾਂ ਨੇ, ਉਹ ਜਿੱਤ ਜਾਂਦੇ ਨੇ, ਉਹ ਕੀ ਸੀ ਫਿਰ? ਉਹ ਵਾਕਈ ਜੋ ਸਕਰੀਨ ਪਿੱਛੇ ਇੱਕ ਫਿਲਮੀ ਅਦਾਕਾਰ ਨੇ ਫਿਲਮੀ ਡਾਇਲੋਗ ਬੋਲੇ ਸੀ, ਆਪਾਂ ਨੂੰ ਪਤਾ ਜ਼ਿੰਦਗੀ 'ਚ ਪ੍ਰੈਕਟੀਕਲ ਨਹੀਂ ਹੋਣੇ ਨਾ ਹੋ ਸਕਦੇ, ਪਰ ਵੋਟਾਂ ਜਦੋਂ ਆਉਂਦੀਆਂ ਨੇ ਪ੍ਰੈਕਟੀਕਲ ਹੋ ਗਏ। ਦੇਖੋ ਇਹ ਨਾ ਇਹਦੇ ਵਿੱਚ ਕਿੰਨੇ ਸਾਰੇ ਰੀਜ਼ਨਸ ਨੇ। ਸਾਡੀ ਸਿਆਸਤ ਇੰਨੀ ਗੰਦਲੀ ਹੋ ਚੁੱਕੀ ਹੈ ਔਰ ਲੋਕ ਇੰਨੇ ਕੁ ਕਨਫਿਊਜ਼ ਹੋ ਚੁੱਕੇ ਆ, ਇੰਨਾ ਕੁ ਲੋਕਾਂ ਨੂੰ ਲਤਾੜਿਆ ਤੇ ਪਛਾੜਿਆ ਗਿਆ ਕਿ ਲੋਕਾਂ ਦੀ ਸਮਝ ਵੀ ਪੇਤਲੀ ਕਰਤੀ ਸਿਆਸਤ ਦੇ ਲੋਕਾਂ ਨੇ। ਔਰ ਸਮਝ ਪੇਤਲੀ ਕੋਈ ਇੱਕ ਦਿਨ 'ਚ ਨਹੀਂ ਹੋ ਗਈ, ਪੂਰੀ ਸਾਜ਼ਿਸ਼ ਰਚ ਕੇ ਲੋਕਾਂ ਦੀ ਸਾਂਝ ਪੇਤਲੀ ਕੀਤੀ, ਲੋਕਾਂ ਦੇ ਦਿਮਾਗ ਦੇ ਵਿੱਚ ਕੁਝ ਗਲਤ ਧਾਰਨਾਵਾਂ ਪੈਦਾ ਕਰ ਦਿੱਤੀਆਂ। ਇਸੇ ਕਰਕੇ ਲੋਕ ਕਿਸੇ ਵੀ ਬੰਦੇ ਨੂੰ, ਕੋਈ ਵੀ ਬੰਦਾ ਜਿਹਨੂੰ ਸਟੇਜ ਤੇ ਖੜ੍ਹ ਕੇ ਚਾਰ ਗੱਲਾਂ ਕਰਨੀਆਂ ਆਉਂਦੀਆਂ, ਲੋਕੀ ਉਹਨੂੰ ਲੀਡਰ ਬਣਾ ਦਿੰਦੇ। ਸਾਡੇ ਪ੍ਰਾਈਮ ਮਿਨਿਸਟਰ ਤੋਂ ਵੱਡੀ ਕੀ ਐਗਜ਼ਾਮਪਲ ਹੋ ਸਕਦੀ ਹੈ ਕਿ ਲੱਛੇਦਾਰ ਭਾਸ਼ਣ ਤੁਸੀਂ ਦੇ ਸਕਦੇ ਹੋ ਤਾਂ ਮਤਲਬ ਤੁਸੀਂ ਲੀਡਰ ਹੋ ਗਏ। ਦਿਸ ਇਜ਼ ਰੋਂਗ। ਸੰਯੁਕਤ ਕਿਸਾਨ ਮੋਰਚੇ ਨੇ ਬਣਾਏ ਲੀਡਰ ਇਹੋ ਜਿਹੇ? ਸੰਯੁਕਤ ਕਿਸਾਨ ਮੋਰਚੇ ਨੇ ਇਹ ਤਾਂ ਹੈ ਨਹੀਂ ਨਾ ਕਿ ਕਿਸੇ ਸਾਂਚੇ ਚੋਂ ਘੜ ਕੇ ਬਣਾਏ। ਸੰਯੁਕਤ ਕਿਸਾਨ ਮੋਰਚਾ ਤਾਂ ਆਪਣਾ ਕੰਮ ਕਰ ਰਿਹਾ ਨਾ, ਆਪਣਾ ਕੰਮ ਕਰ ਰਿਹਾ। ਉੱਥੇ ਸਾਰਿਆਂ ਨੂੰ ਜੀ ਆਇਆਂ ਨੂੰ ਹੈ, ਉੱਥੇ ਕੋਈ ਆ ਗਿਆ ABC ਤੇ ਜੀ ਆਇਆਂ ਨੂੰ ਹੈ। ਜੇ ਕੋਈ ਬੰਦਾ ਜਾ ਕਹਿੰਦਾ ਮੈਂ ਵੀ ਇਹਦੇ ਵਿੱਚ ਯੋਗਦਾਨ ਪਾਉਣਾ ਚਾਹਣਾ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਨਾ ਹੱਕ ਬਣਦਾ ਨਾ ਫਰਜ਼ ਬਣਦਾ ਕਿ ਉਹਨੂੰ ਕਹਿਣ ਵੀ ਨਹੀਂ ਤੂੰ ਨਾ ਆ, ਹੈ ਨਾ। ਉਹ ਤਾਂ ਉਦਣ ਉਹਨੂੰ ਕੰਡੈਮ ਕਰਨਗੇ, ਉਦਣ ਕੱਢਣਗੇ ਬਾਹਰ ਜਿੱਦਣ ਉਹਦੀ ਅਸਲੀਅਤ ਸਾਹਮਣੇ ਆਏਗੀ। ਸੰਯੁਕਤ ਕਿਸਾਨ ਮੋਰਚਾ ਕਿਸੇ ਸਾਂਚੇ ਚੋਂ ਨਹੀਂ ਲੀਡਰ ਕੱਢ ਰਿਹਾ, ਹੈ ਨਾ। ਅਸੀਂ ਸਮਾਜ ਦਾ ਹਰ ਵਰਗ ਉੱਥੇ ਬੈਠਾ, ਬਾਹਰੋਂ ਵੀ ਲੋਕ ਆ ਕੇ ਬੈਠੇ ਨੇ, ਕਲਾਕਾਰ ਵੀ ਬੈਠੇ ਨੇ, ਲੇਖਕ ਵੀ ਬੈਠੇ ਨੇ, ਸਮਾਜ ਸੇਵਕ ਵੀ ਬੈਠੇ ਨੇ, ਡਾਕਟਰ ਬੈਠੇ ਨੇ, ਇੰਜੀਨੀਅਰ ਬੈਠੇ ਨੇ, ਸਾਰੇ ਬੈਠੇ, ਔਰਤਾਂ ਇੰਨੀਆਂ ਬੈਠੀਆਂ। ਕੀ ਸਾਰੇ ਸਿਆਸਤ ਵਿੱਚ ਚਲੇ ਗਏ? ਨਹੀਂ ਗਏ ਨਾ। ਕੁਝ ਚਲਾਕ ਲੋਕ ਨੇ ਜਿਨ੍ਹਾਂ ਨੇ ਇਹ ਸੋਚਿਆ ਵੀ ਯਾਰ ਇੰਨੀ ਦੇਰ ਤੋਂ ਜਿਹੜੀ ਸਿਆਸਤ ਸੀ ਉਹ ਕੁਝ ਹੱਥਾਂ ਦੇ ਵਿੱਚ ਸੀ ਤੇ ਹੁਣ ਸਾਨੂੰ ਵੀ ਮੌਕਾ ਮਿਲਿਆ, ਆਪਾਂ ਵੀ ਇਹਦੇ ਵਿੱਚ ਛਾਲ ਮਾਰੀਏ, ਕਿਤੇ ਨਾ ਕਿਤੇ ਅਸੀਂ ਵੀ ਦਾਅ ਪੇਚ ਖੇਡ ਜਾਈਏ। ਪਰ ਤੁਸੀਂ ਸਿਆਸਤ ਕਿਹੜੀ ਖੇਡ ਰਹੇ ਹੋ? ਸਵਾਲ ਤਾਂ ਇਹ ਹੈ ਵੀ ਸਿਆਸਤ ਖੇਡ ਕਿਹੜੀ ਰਹੇ ਹੋ? ਜੇ ਮੈਂ ਜਾਂ ਕਿਸੇ ਵੀ ABC ਕਿਸੇ ਬੰਦੇ ਨੇ ਸਿਆਸਤ ਕਰਨੀ ਆ ਤਾਂ ਸਿਆਸਤ ਅੱਜ ਹੀ 2020 'ਚ ਕਿਉਂ ਸ਼ੁਰੂ ਹੋਈ ਸਾਰੀ? ਇਸ ਕਰਕੇ ਕਿ ਮੋਰਚਾ ਭਖਿਆ ਵਾ। ਤੁਹਾਨੂੰ ਸਾਰੇ ਮੁੱਦੇ, ਸਾਰੇ ਸਵਾਲ, ਤੁਹਾਨੂੰ ਜਿੰਨੇ ਸਵਾਲ ਪੰਜਾਬ ਨਾਲ ਜੁੜੇ ਹੋਏ ਆ, ਪੰਜਾਬ ਦੇ ਹੱਕਾਂ ਨਾਲ ਜੁੜੇ ਹੋਏ ਆ, ਪੰਜਾਬ ਦੀ ਸੋਵਰੇਨਟੀ ਨਾਲ ਜੁੜੇ ਹੋਏ ਆ, ਉਹ ਸਾਰੇ ਅੱਜ ਹੀ ਯਾਦ ਆ ਗਏ ਤੁਹਾਨੂੰ ਜਦੋਂ ਇੱਕ ਮੋਰਚਾ ਭਖ ਗਿਆ ਜਿਹੜਾ ਕਿ ਆਰਥਿਕ ਮੋਰਚਾ ਹੈ, ਆਰਥਿਕ ਮਸਲੇ ਨੂੰ ਹੱਲ ਕਰਨ ਲਈ ਮੋਰਚਾ ਖੜਾ ਹੋਇਆ ਹੋਇਆ, ਅੱਜ ਹੀ ਤੁਹਾਨੂੰ ਯਾਦ ਆਏ। ਜੇ ਤੁਸੀਂ ਸੱਚੀ ਮੁੱਚੀ ਪੰਜਾਬ ਦੇ ਲਈ ਫਿਕਰਮੰਦ ਹੋ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਸਾਡੀ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ। ਨਵੇਂ ਚਿਹਰੇ ਆਉਣ ਦੀ ਤਾਂ ਕਿੱਥੇ ਬੈਠੇ ਸੀ ਤੁਸੀਂ? ਪਹਿਲਾਂ ਕਦੇ ਗੱਲ ਕੀਤੀ? ਕਦੇ ਕੋਈ ਜ਼ਿਕਰ ਛੇੜਿਆ? ਕਦੇ ਕੋਈ ਭੂਮਿਕਾ ਨਿਭਾਈ? ਕਦੀ ਲੋਕਾਂ 'ਚ ਗਏ? ਕਦੀ ਲੋਕਾਂ ਦੇ ਮਸਲੇ ਛੇੜੇ? ਇਹ ਮੈਂ ਇਕੱਲੀ ਸੋਨੀਆ ਮਾਨ ਦੀ ਗੱਲ ਨਹੀਂ ਕਰ ਰਿਹਾ, ਹਜ਼ਾਰਾਂ ਨੇ, ਸੈਂਕੜੇ ਲੋਕ ਨੇ ਜਿਹੜੇ ਇਸ ਪਲੇਟਫਾਰਮ ਦੇ ਭਖਣ ਤੋਂ ਬਾਅਦ ਆ ਗਏ, ਛਾਲ ਮਾਰਤੀ ਵਿੱਚ ਤੇ ਆ ਕੇ ਤਰ੍ਹਾਂ ਦੀਆਂ ਗੱਲਾਂ ਵੱਡੀਆਂ। ਪਰ ਗੱਲਾਂ ਕਿਹੜੀਆਂ ਨੇ? ਗੱਲਾਂ ਉਹੀ ਨੇ। ਫਿਰ ਫਰਕ ਕੀ ਰਹਿ ਗਿਆ? ਇਹ ਗੱਲਾਂ ਤਾਂ ਕਾਂਗਰਸ ਵੀ ਕਰ ਰਹੀ ਹੈ, ਇਹ ਤਾਂ ਅਕਾਲੀ ਦਲ ਵੀ ਕਰ ਰਿਹਾ, ਅਕਾਲੀ ਦਲ ਅੰਮ੍ਰਿਤਸਰ ਵੀ ਕਰ ਰਿਹਾ, ਅਕਾਲੀ ਦਲ 'ਚੋਂ ਹੋਰ ਜਿਹੜੇ ਨਿਕਲੇ ਉਹ ਵੀ ਕਰ ਰਹੇ, BJP ਵੀ ਕਰ ਦਿੰਦੀ ਹੈ ਇਹੋ ਜਿਹੀ ਗੱਲਾਂ, ਹੋਰ ਵੀ ਪਾਰਟੀਆਂ ਕਰ ਦਿੰਦੀ। ਫਰਕ ਕਿੱਥੇ ਰਹਿ ਗਿਆ ਫਿਰ ਤੁਹਾਡੇ ਦੇ ਵਿੱਚ? ਤੁਸੀਂ ਸੋਨੀਆ ਮਾਨ ਦੀ ਗੱਲ ਕੀਤੀ, ਹੁਣ ਗੁਰਨਾਮ ਸਿੰਘ ਚੜੂਨੀਵਾਲਾ ਵੀ ਲਿਖਿਆ ਵੀ ਪੱਟਾਂ ਨੂੰ ਤੇਲ ਲਾਈ ਬੈਠੇ ਨੇ। ਉਹ ਤਾਂ ਉਹਨੇ SKM ਦੇ, ਉਹ ਤਾਂ ਵਿੱਚ ਉਹ ਹੈਗੇ ਨਾ, ਉਹ ਤਾਂ ਮੈਂਬਰ ਨੇ SKM ਦੇ, ਉਸ ਬਾਵਜੂਦ ਵੀ ਉਹ ਕਹਿੰਦੇ ਨੇ ਕਿ ਮੈਂ 117 ਸੀਟਾਂ ਲੜੂੰਗਾ। ਫਿਰ ਉਹਨਾਂ ਨੂੰ ਕੀ ਕਹਿਣਾ ਚਾਹੀਦਾ? ਉਹ ਤਾਂ ਫਿਲਮਾਂ ਵਾਲੇ ਪਾਸੋਂ ਵੀ ਨਹੀਂ ਆਉਂਦੇ ਗੁਰਨਾਮ ਸਿੰਘ ਚੜੂਨੀ। ਦੇਖੋ ਇਹ ਨਹੀਂ ਹੈਗਾ ਕਿ ਕੋਈ ਸਿਰਫ ਜਿਹੜੇ ਫਿਲਮਾਂ ਵਾਲੇ ਨੇ ਜਾਂ ਫਿਲਮਾਂ 'ਚ ਨੇ ਉਹੀ ਇਦਾਂ ਦੀ ਗਲਤੀ ਕਰ ਸਕਦੇ ਕੁਝ, ਇਹ ਕੋਈ ਸਵਾਲ ਨਹੀਂ ਹੈਗਾ ਮੇਰੇ ਜ਼ਿਹਨ 'ਚ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਤਾਂ ਇੱਕ ਐਗਜ਼ਾਮਪਲ ਹੈ, ਇੱਕ ਦੋ ਐਗਜ਼ਾਮਪਲਸ ਆ ਗਈਆਂ ਜਿਹੜੇ ਫਿਲਮਾਂ ਨਾਲ ਜੁੜੇ ਹੋਏ ਲੋਕ ਨੇ। ਕੋਈ ਵੀ ਬੰਦਾ ਇਦਾਂ ਦਾ ਆ ਸਕਦਾ। ਸਵਾਲ ਇੱਥੇ ਖੜਾ ਹੈ ਵੀ ਗੁਰਨਾਮ ਸਿੰਘ ਚੜੂਨੀ ਵਰਗਾ ਬੰਦਾ ਜਿਹੜਾ ਇਸ ਮੋਰਚੇ ਦਾ ਇੱਕ ਪ੍ਰਮੁੱਖ ਆਗੂ ਬਣ ਕੇ ਉੱਭਰਦਾ ਹੈ, ਹਰਿਆਣੇ ਦਾ ਇੱਕ ਪ੍ਰਮੁੱਖ ਆਗੂ ਬਣ ਕੇ ਵਿਚਰਦਾ ਹੈ, ਔਰ ਜਿਹੜੇ 32-33 ਆਗੂ ਨੇ ਉਹਨਾਂ ਦੇ ਵਿੱਚੋਂ ਜੇ ਅਸੀਂ ਟੌਪ ਦੇ ਕੋਈ 6-7 ਆਗੂ ਗਿਣਨੇ ਹੋਣ ਪੋਪੂਲੈਰਿਟੀ ਦੇ ਸਿਲਸਿਲੇ ਵਿੱਚ, ਉਹਨਾਂ ਵਿੱਚੋਂ ਇੱਕ ਬਣ ਕੇ ਆਉਂਦਾ ਔਰ ਇੰਨੀ ਸ਼ਿੱਦਤ ਨਾਲ ਉਹ ਵਿਚਰਦਾ, ਇੰਨੀ ਸ਼ਿੱਦਤ ਨਾਲ ਬੋਲਦਾ, ਰਾਤਾਂ ਝਾਕਦਾ, ਸਭ ਕੁਝ ਕਰਦਾ, ਉਹਦੇ ਨਾਲ ਕੱਦ ਤੁਹਾਡਾ ਉੱਚਾ ਹੁੰਦਾ। ਅਤੇ ਤੁਸੀਂ ਜਦੋਂ ਇੱਕਦਮ ਕਾਹਲ ਦੇ ਵਿੱਚ ਸਿਆਸਤ ਦੇ ਵਿੱਚ ਪੈਰ ਪਾ ਲੈਂਦੇ ਹੋ ਅਤੇ ਕੱਲ੍ਹ ਨੂੰ ਹੋ ਸਕਦਾ ਤੁਹਾਡਾ ਉਹ ਮਾਣ ਵੀ ਨਾ ਰਵੇ ਜਿਹੜਾ ਮਾਣ ਤੁਸੀਂ ਕ੍ਰੀਏਟ ਕੀਤਾ। ਤੁਹਾਨੂੰ ਮਾਣ ਤਾਂ ਤੁਹਾਨੂੰ ਇਸ ਕਰਕੇ ਪੈਦਾ ਹੋ ਰਿਹਾ ਨਾ ਕਿ ਤੁਸੀਂ ਲੋਕਾਂ ਦੀ ਖਾਤਰ ਲੜ ਰਹੇ ਹੋ।
ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜਾਂ ਮੋਰਚੇ 'ਚ ਲੜਦੇ ਹੋਏ ਲੋਕ ਨੇ ਜਾਂ ਮੋਰਚੇ 'ਚ ਕਿਸਾਨਾਂ ਦੇ ਆਗੂ ਨੇ, ਦਿਸ ਇਜ਼ ਅ ਪ੍ਰੈਸ਼ਰ ਗਰੁੱਪ। ਇੱਕ ਪ੍ਰੈਸ਼ਰ ਗਰੁੱਪ ਹੁੰਦਾ, ਇੱਕ ਸਿਆਸੀ ਲੋਕ ਨੇ, ਇੱਕ ਇੱਕ ਵਿੱਚ ਪ੍ਰੈਸ਼ਰ ਗਰੁੱਪ ਹੁੰਦਾ ਹੈ। ਉਹ ਪ੍ਰੈਸ਼ਰ ਗਰੁੱਪ ਬਣਨਾ ਚਾਹੀਦਾ। ਉਸ ਪ੍ਰੈਸ਼ਰ ਗਰੁੱਪ ਦੀ ਇਹ ਦੇਣ ਹੈ ਕਿ ਅੱਜ ਪੰਜਾਬ ਦੇ ਲੋਕ ਜਿਹੜੇ ਹੈਗੇ ਸਿਆਸੀ ਆਗੂਆਂ ਨੂੰ ਸਵਾਲ ਕਰ ਰਹੇ ਨੇ, ਉਹਨਾਂ ਨੂੰ ਪੁੱਛ ਰਹੇ ਨੇ ਵੀ ਦੱਸੋ ਸਾਨੂੰ ਆਪਣੀ ਸ਼ੀਟ ਦਿਖਾਓ, ਤੁਸੀਂ 5 ਸਾਲਾਂ 'ਚ 10 ਸਾਲਾਂ 'ਚ ਜਦੋਂ ਤੁਸੀਂ 15 ਸਾਲ ਪਹਿਲਾਂ ਤੁਸੀਂ ਸੀ, ਦੱਸੋ ਤੁਸੀਂ ਇਹਨੂੰ ਕੀ ਕੀਤਾ। ਇਹ ਕੋਈ ਛੋਟੀ ਜਿਹੀ ਗੱਲ ਹੈ ਕਿਤੇ? ਇਹ ਕਿਹਨੇ ਕੀਤਾ? ਇਹ ਇਸ ਮੋਰਚੇ ਨੇ ਕੀਤਾ ਨਾ, ਇਸ ਮੋਰਚੇ ਨੇ ਪੈਦਾ ਕਰ ਦਿੱਤਾ ਨਾ ਲੋਕਾਂ ਦੇ ਵਿੱਚ। ਤੇ ਜੇ ਤੁਸੀਂ ਵੀ ਆਪ ਸਿਆਸਤ 'ਚ ਹੀ ਆ ਗਏ ਔਰ ਬਿਨਾਂ ਕਿਸੇ ਤਿਆਰੀ ਤੋਂ, ਬਿਨਾਂ ਕੋਈ ਤੁਸੀਂ ਕੋਈ ਪ੍ਰੈਕਟਿਸ ਕੀਤਾ, ਬਿਨਾਂ ਰਿਆਜ਼ ਕੀਤਿਆਂ, ਬਿਨਾਂ ਚੀਜ਼ਾਂ, ਤੇ ਕੱਲ੍ਹ ਨੂੰ ਉਹੀ ਸਵਾਲ ਫਿਰ ਤੁਹਾਨੂੰ ਲੋਕਾਂ ਨੇ ਪੁੱਛਣੇ ਨੇ। ਫਿਰ ਕੀ ਕਰੋਗੇ? 32 ਜਥੇਬੰਦੀਆਂ ਹੋ ਗਈਆਂ, ਸੰਯੁਕਤ ਕਿਸਾਨ ਮੋਰਚਾ ਹੋ ਗਿਆ। ਚਲੋ ਗੁਰਨਾਮ ਸਿੰਘ ਚੜੂਨੀ ਨੇ ਗੱਲ ਕਹਿਤੀ ਵੀ ਮੈਂ ਸਿਆਸਤ ਵਿੱਚ ਜਾਂ 107 ਸੀਟਾਂ ਤੇ ਚੋਣਾਂ ਲੜਨੀਆਂ ਨੇ। ਉਸ ਤੋਂ ਬਾਅਦ ਸੋਨੀਆ ਮਾਨ, ਉਹਨਾਂ ਦੀ ਮਰਜ਼ੀ ਹੈ ਜਾਣ ਨਾ ਜਾਣ, ਕਿਆਸ ਦੀਆਂ ਬਣੀਆਂ ਹੋਈਆਂ ਨੇ, ਕੋਈ ਕਹਿੰਦਾ ਜਾਣਗੇ, ਕੋਈ ਕਹਿੰਦਾ ਨਹੀਂ ਜਾਣਗੇ। ਜਿਹੜੇ ਸਵਾਲ ਅੱਜ ਸਿਆਸੀ ਲੀਡਰਾਂ ਨੂੰ ਕਿਸਾਨ ਘੇਰ ਕੇ ਪੁੱਛਦੇ ਨੇ ਕਿ ਕੱਲ ਨੂੰ ਕੋਈ ਵੀ ਸੰਯੁਕਤ ਕਿਸਾਨ ਮੋਰਚੇ 'ਚ ਵਿਅਕਤੀ ਜਾਂਦਾ ਸਿਆਸਤ ਵਾਲੇ ਪਾਸੇ, ਕੀ ਉਹਨਾਂ ਨੂੰ ਵੀ ਕਿਸਾਨ ਗੱਡੀਆਂ ਘੇਰ ਕੇ ਪੁੱਛਣਗੇ ਵੀ ਤੇ ਪੁੱਛਣਾ ਚਾਹੀਦਾ ਵੀ ਹੈ। ਦੋਨੋਂ ਚੀਜ਼ਾਂ ਸੱਚ ਨੇ। ਜੇ ਉਹਨਾਂ ਨੂੰ ਨਹੀਂ ਪੁੱਛਣਾ ਤੇ ਫਿਰ ਇਹਦਾ ਮਤਲਬ ਫਰਾਡ ਹੋ ਰਿਹਾ, ਇਹਦਾ ਮਤਲਬ ਧੋਖਾ ਹੋ ਰਿਹਾ ਕਿਤੇ। ਸਿਰਫ ਕੁਝ ਸਿਆਸੀ ਪਾਰਟੀਆਂ ਨੂੰ ਤੁਸੀਂ ਥੱਲੇ ਗੱਡੇ ਤੋਂ ਸੁੱਟਣਾ ਸੀ ਤੇ ਉਸ ਗੱਡੇ ਤੇ ਆਪ ਚੜ੍ਹਨਾ ਸੀ, ਇਹਦਾ ਮਤਲਬ ਇਹ ਹੋ ਗਿਆ ਨਾ। ਸਵਾਲ ਤਾਂ ਹੋਣੇ ਚਾਹੀਦੇ। ਡੈਮੋਕ੍ਰੇਸੀ ਜੇ ਤੁਸੀਂ ਕਹਿੰਦੇ ਹੋ ਲੋਕਤੰਤਰ ਹੈ, ਤਾਂ ਲੋਕਤੰਤਰ ਦੇ ਵਿੱਚ ਜਿਹੜਾ ਬੰਦਾ ਤੁਹਾਡੇ ਨਾਲ ਵਾਅਦਾ ਕਰਦਾ ਹੈ, ਕਿਉਂਕਿ ਜੇ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਆਗੂ ਇਲੈਕਸ਼ਨ 'ਚ ਖੜੇਗਾ, ਮੈਨੀਫੈਸਟੋ ਤਾਂ ਦੇਏਗਾ ਨਾ, ਇੱਕ ਚੋਣ ਮਨੋਰਥ ਪੱਤਰ ਤਾਂ ਹੋਏਗਾ ਨਾ, ਕੋਈ ਲੋਕਾਂ ਕੋਲ ਚਾਰਟ ਤਾਂ ਲੈ ਕੇ ਜਾਏਗਾ ਨਾ ਕਿ ਆਹ ਮੰਗਾਂ ਨੇ ਤੁਹਾਡੀਆਂ ਮੈਂ ਪੂਰੀਆਂ ਕਰਨੀਆਂ, ਜੇ ਮੈਨੂੰ ਜਿਤਾਓਗੇ ਤਾਂ ਮੈਂ ਆਹ ਕੁਛ ਕਰੂੰਗਾ ਨਾ। ਤੇ ਲੋਕੀ ਸਵਾਲ ਕਰਨਗੇ ਨਾ, ਜੇ ਲੋਕੀ ਸਿਆਣੇ ਸੱਚੀ ਹੋ ਗਏ ਵੀ ਆਹ ਜਿਹੜੀ ਤੂੰ ਗੱਲ ਕਹਿ ਰਿਹਾ ਕਿ ਮੈਂ ਆਹ ਚੀਜ਼ ਇੱਦਾਂ ਕਰ ਦੂੰਗਾ, ਇਹ ਕਿੱਦਾਂ ਕਰੇਗਾ, ਤੇਰੇ ਕੋਲ ਐਕਸ਼ਨ ਪਲਾਨ ਕੀ ਹੈ ਨਾ। ਜਦੋਂ ਮਤਲਬ ਜਿਹੜੇ ਕਿਸਾਨ ਆਗੂ ਨੂੰ ਇਹ ਕਹਿੰਦੇ ਨੇ ਕਿ ਜੇ ਕੋਈ ਲੀਡਰ ਆ ਕੇ ਇਹ ਕਹਿੰਦਾ ਹੈ ਕਿ ਮੈਂ ਇੰਨਾ ਬਿਜਲੀ ਸਸਤੀ ਕਰ ਦੂੰਗਾ ਜਾਂ ਕਹਿ ਦੂੰਗਾ ਕਿਸਾਨ ਖੁਦਕੁਸ਼ੀਆਂ ਨਾ ਕਰਨ, ਉਹ ਕਹਿੰਦੇ ਇਹ ਕੋਈ ਗੱਲ ਨਹੀਂ ਹੋਈ, ਇਸ ਗੱਲ 'ਤੇ ਅਸੀਂ ਯਕੀਨ ਨਹੀਂ ਰੱਖਦੇ। ਤੂੰ ਸਾਨੂੰ ਐਕਸ਼ਨ ਪਲਾਨ ਦੇ, ਸਾਨੂੰ ਤੂੰ ਸੱਚਾਈ ਦੱਸ ਅੰਕੜਿਆਂ ਸਮੇਤ ਕਿ ਤੂੰ ਬੇਰੁਜ਼ਗਾਰੀ ਖਤਮ ਕਰੇਗਾ ਤਾਂ ਕਿੱਦਾਂ ਕਰੇਗਾ, ਤੇਰੇ ਕੋਲ ਪਲਾਨ ਕੀ ਹੈ, ਫੰਡ ਕਿੱਥੋਂ ਲੈ ਕੇ ਆਏਗਾ, ਸਾਨੂੰ ਦੱਸ। ਠੀਕ ਹੈ, ਜੇ ਤੂੰ ਕਹਿੰਦਾ ਕਿ ਆਹ ਫੈਕਟਰੀਆਂ ਜਿਹੜੀਆਂ ਬੰਦ ਹੋਈਆਂ ਚੱਲ ਪੈਣਗੀਆਂ, ਕਿੱਥੋਂ ਚੱਲਣਗੀਆਂ, ਸਾਨੂੰ ਦੱਸ। ਇਹ ਸਵਾਲ ਨੇ ਸਿਆਣੇ ਸਵਾਲ। ਜਦ ਤੱਕ ਇਹਨਾਂ ਸਵਾਲਾਂ ਦੇ ਰੂਬਰੂ ਅਸੀਂ ਨਹੀਂ ਹੁੰਦੇ, ਉਦੋਂ ਤੱਕ ਗੱਲ ਨਹੀਂ ਬਣਨੀ। ਇੱਦਾਂ ਜਿਹੜੇ ਖਿਆਲੀ ਪਲਾਓ ਨੇ, ਵਾਅਦੇ ਨੇ, ਲਾਰੇ ਨੇ, ਉਹ ਤਾਂ ਕੋਈ ਵੀ ਲਾਉਂਦਾ, ਉਹ ਤਾਂ ਸਾਰੀਆਂ ਪਾਰਟੀਆਂ ਲਾ ਰਹੀਆਂ। ਤੇ ਜੇ ਅਸੀਂ ਵੀ ਫਿਰ ਉੱਦਾਂ ਹੀ ਪਲੰਜ ਕਰਨਾ ਉਸੇ ਸਿਆਸਤ ਦੇ ਵਿੱਚ, ਉਸੇ ਤਰ੍ਹਾਂ ਦੇ ਲੋਕ ਲਭਾਊ ਨਾਅਰੇ ਦੇ ਕੇ ਕਿ ਦੇਖੋ ਜੀ ਅੱਜ ਤੱਕ ਤੁਸੀਂ ਉਹਨਾਂ ਨੂੰ ਜਿਤਾਇਆ, ਹੁਣ ਤੁਸੀਂ ਸਾਨੂੰ ਜਿਤਾਓ, ਅਸੀਂ ਤੁਹਾਡੀ ਜ਼ਿੰਦਗੀ ਨੂੰ ਐਂ ਸੁਖੀ ਕਰ ਦਾਂਗੇ, ਤੁਹਾਨੂੰ ਆਹ ਦੇ ਦਾਂਗੇ। ਤੇ ਲੋਕ ਜੇ ਸਿਆਣੇ ਹੋਣਗੇ ਤੇ ਲੋਕ ਸਵਾਲ ਕਰਨਗੇ ਤੁਹਾਡੇ ਕੋਲ ਕੋਈ ਜਾਦੂ ਦੀ ਛੜੀ ਹੈ, ਕੋਈ ਤੁਹਾਡੇ ਕੋਲ ਕਿਹੜਾ ਜਾਦੂ ਹੈ? ਤੁਸੀਂ ਜਦੋਂ ਸਿਸਟਮ ਇੰਨਾ ਗੰਦਲਿਆ ਹੋਇਆ, ਇੰਨਾ ਕਰਜ਼ੇ ਦੇ ਵਿੱਚ ਪੰਜਾਬ ਡੁੱਬਿਆ ਹੋਇਆ, ਪੰਜਾਬ ਦਾ ਵਿਦਿਅਕ ਢਾਂਚਾ ਤਬਾਹ ਹੋਣ ਦੇ ਕੰਢੇ ਤੁਲਿਆ ਹੋਇਆ, ਪੰਜਾਬ ਦੀਆਂ ਯੂਨੀਵਰਸਿਟੀਆਂ ਵਿਕਣ ਦੇ ਕਗਾਰ ਲੱਗੀਆਂ ਹੋਈਆਂ, ਨੌਜਵਾਨ ਜਿਹੜੇ ਹੈਗੇ ਸੜਕਾਂ ਦੇ ਉੱਤੇ ਬੇਰੁਜ਼ਗਾਰ ਬੈਠੇ ਨੇ, ਟੀਚਰ ਇੰਨੇ ਪੜ੍ਹੇ ਲਿਖੇ ਟੀਚਰ, ਕੁਆਲੀਫਾਈਡ ਟੀਚਰ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਨਰਸਾਂ ਸੜਕਾਂ ਦੇ ਉੱਤੇ ਬੈਠੀਆਂ, ਡਾਕਟਰ ਕਿਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆਪਣੀ ਲੁੱਟ ਕਰਵਾ ਰਹੇ ਨੇ। ਹਰ ਜਿਹੜਾ ਸਮਾਜ ਦਾ ਵਰਗ ਹੈ ਹੋਇਆ, ਤੁਹਾਡੇ ਕੋਲ ਕੀ ਐਕਸ਼ਨ ਪਲਾਨ ਹੈ? ਤੁਸੀਂ ਤਰੱਕੀ ਕਿਵੇਂ ਕਰੋਗੇ? ਤੁਸੀਂ ਕਿਸਾਨੀ ਅੰਦੋਲਨ ਦਿੱਲੀ 26 ਨਵੰਬਰ ਤੋਂ ਪਹਿਲਾਂ ਵੀ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਨਾਟਕ ਰਾਹੀਂ ਲੋਕਾਂ ਨੂੰ ਦੱਸਦੇ ਆਏ ਹੋ ਵੀ ਕਿਸ ਤਰੀਕੇ ਨਾਲ ਜ਼ਮੀਨਾਂ ਖੋਈਆਂ ਜਾਣਗੀਆਂ ਜਾਂ ਕਾਲੇ ਕਾਨੂੰਨ ਦੇ ਕੀ ਉਹਦੇ ਵਿੱਚ, ਜੋ ਕਿਸਾਨ ਵੀ ਹੁਣ ਕਹਿੰਦੇ ਨੇ ਵੀ ਇਹ ਕਾਲੇ ਕਾਨੂੰਨ ਨੇ, ਇਹ ਰੱਦ ਹੋਣੇ ਚਾਹੀਦੇ ਨੇ। ਤੁਸੀਂ ਕੋਈ ਨਿਸ਼ਾਨਦੇਹੀ ਕੀਤੀ ਉਹਨਾਂ ਲੋਕਾਂ ਦੀ? ਤੁਹਾਨੂੰ ਵੀ 1.5-2 ਸਾਲ ਹੋ ਗਏ ਜਾਂ 1-1.5 ਸਾਲ ਹੋ ਗਿਆ ਇਸ ਚੀਜ਼ਾਂ ਨਾਲ ਜੁੜੇ ਹੋਏ, ਕਦੇ ਨਿਸ਼ਾਨਦੇਹੀ ਕੀਤੀ ਉਹ ਲੋਕਾਂ ਦੀ? ਕਿੰਨੇ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ? ਜੇ ਤੁਸੀਂ ਇਹਨਾਂ ਲੰਮਾ ਸਮਾਂ ਜੁੜੇ ਹੋ, ਜੇ ਤੁਸੀਂ ਕਹਿੰਦੇ ਮੈਂ ਸਿਪਾਹੀ ਹਾਂ ਇੱਕ, ਫਿਰ ਕਿਹੜੇ ਉਹ ਲੋਕ ਨੇ ਜਿਹੜੇ ਕਿਸਾਨੀ ਮੋਰਚੇ ਦੇ ਉੱਤੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ? ਬਹੁਤ ਸਾਰੇ ਨੇ। ਦੇਖੋ ਜਿਵੇਂ ਇੱਕ ਫਾਰ ਐਗਜ਼ਾਮਪਲ ਹੈ ਕਿ ਮੈਂ ਮਤਲਬ ਜਿਹਨਾਂ ਚੀਜ਼ਾਂ ਬਾਰੇ ਸਪਸ਼ਟ ਹਾਂ, ਜਿਹਨਾਂ ਚੀਜ਼ਾਂ ਬਾਰੇ ਮੇਰੀ ਸਮਝ ਮੈਨੂੰ ਕਹਿੰਦੀ ਹੈ ਕਿ ਮੈਂ ਸਪਸ਼ਟ ਹਾਂ, ਜਿੱਥੇ ਮੈਂ ਨਹੀਂ ਸਪਸ਼ਟ ਮੈਂ ਨਹੀਂ ਗੱਲ ਕਰਦਾ। ਜਿਵੇਂ ਹੁਣ ਦੇਖੋ ਤੁਸੀਂ ਪੰਜਾਬ ਦੇ ਵਿੱਚ ਮੋਰਚਾ ਲੱਗਿਆ, ਜਦੋਂ ਦਿੱਲੀ ਜਾਣਾ ਸੀ ਦਿੱਲੀ ਤੋਂ ਪਹਿਲਾਂ ਸ਼ੰਭੂ ਦੇ ਉੱਤੇ ਮੋਰਚਾ ਲੱਗ ਗਿਆ। ਠੀਕ ਹੈ, ਹੁਣ ਜਿਹੜਾ ਸ਼ੰਭੂ ਦੇ ਉੱਤੇ ਮੋਰਚਾ ਲੱਗਦਾ, ਦੇਖਣ ਨੂੰ ਐਂ ਲੱਗਦਾ ਕਿ ਜਿੱਦਾਂ ਕਿਸਾਨ ਮੋਰਚਾ ਅਲੱਗ-ਅਲੱਗ ਜਗ੍ਹਾ ਤੇ ਲੱਗਾ, ਸ਼ੰਭੂ ਤੇ ਇੱਕ ਮੋਰਚਾ ਲੱਗ ਗਿਆ। ਲੇਕਿਨ ਸ਼ੰਭੂ ਤੇ ਜਿੱਦਣ ਮੋਰਚਾ ਲੱਗਦਾ, ਉੱਥੇ ਫਸਟ ਸਟੇਟਮੈਂਟ ਉਸ ਮੋਰਚੇ ਦੇ ਜਿਹੜਾ ਮੁੱਖ ਆਗੂ ਹੈ ਉਸ ਦਾ, ਹੈ ਨਾ, ਉਹ ਵੀ ਫਿਲਮੀ ਨਾਇਕ ਹੈ, ਉਹ ਫਸਟ ਸਟੇਟਮੈਂਟ ਜਿਹੜੀ ਦਿੰਦਾ, ਦੈਟ ਸਟੇਟਮੈਂਟ ਵਾਸ ਡੇਂਜਰਸ। ਉਹ ਸਟੇਟਮੈਂਟ ਜਿਹੜੀ ਸੀ ਡੈਰੋਗੇਟਰੀ ਸਟੇਟਮੈਂਟ ਸੀ, ਡੇਂਜਰਸ ਵੀ ਸੀ। ਉਹ ਇਹ ਕਹਿੰਦਾ ਕਿ ਠੀਕ ਹੈ ਜਥੇਬੰਦੀਆਂ ਵੀ ਕਰ ਰਹੀਆਂ ਨੇ ਕੰਮ, ਲੇਕਿਨ ਅਸਲ ਮੋਰਚਾ ਤੇ ਆਪਾਂ ਲਾਵਾਂਗੇ। ਇਹ ਤਾਂ ਛੋਟੀਆਂ ਗੱਲਾਂ ਨੇ ਕਿ ਤੁਸੀਂ ਆਰਥਿਕ ਮਸਲਿਆਂ ਲਈ ਲੜ ਰਹੇ ਹੋ, ਰੋਟੀ ਦਾ ਮਸਲਾ, ਜ਼ਮੀਨ ਦਾ, ਤਾਂ ਬਹੁਤ ਛੋਟੀ ਗੱਲ ਹੈ। ਅਸੀਂ ਤਾਂ ਵੱਡੀ ਗੱਲ ਕਰਨੀ ਹੈ, ਅਸੀਂ ਵੱਡੀ ਗੱਲ ਕਰਨੀ ਹੈ। ਉੱਥੇ ਸਵਾਲ ਖੜਾ ਹੋ ਜਾਂਦਾ ਕਿ ਜਿਹੜੀ ਵੱਡੀ ਗੱਲ ਹੈ, ਇਹ ਵੱਡੀ ਗੱਲ ਪਹਿਲਾਂ ਕਿਹੜੇ ਝੋਲੇ 'ਚ ਪਾ ਕੇ ਤੁਸੀਂ ਬੰਦ ਕਰਕੇ ਗੱਠ ਮਾਰ ਕੇ ਰੱਖੀ ਹੋਈ ਸੀ? ਉਸ ਸਮੇਂ ਕਿਉਂ ਨਿਕਲ ਕੇ ਵੱਡੀ ਗੱਲ ਆ ਗਈ? ਪਹਿਲਾਂ ਉਹ ਵੱਡੀ ਗੱਲ ਕਿੱਥੇ ਸੀ?
ਤੁਸੀਂ ਸਿਰਫ ਇਸ ਕਰਕੇ ਆਏ ਹੋ ਨਾ, ਤੁਹਾਨੂੰ ਮੋਰਚੇ ਦਾ ਪਲੇਟਫਾਰਮ ਗਰਮ ਦਿਸ ਰਿਹਾ, ਤੁਸੀਂ ਲੱਗਦਾ ਕਿ ਇੱਥੇ ਆ ਕੇ ਜੰਪਿੰਗ ਪੈਡ ਸਾਨੂੰ ਮਿਲ ਗਿਆ, ਹੁਣ ਇੱਥੋਂ ਕਰੀਏ, ਤੇ ਇਹਦਾ ਮਤਲਬ ਤੁਸੀਂ ਭਟਕਾ ਰਹੇ ਹੋ। ਇਹ ਕਿੱਡੀ ਡੈਰੋਗੇਟਰੀ ਸਟੇਟਮੈਂਟ ਹੈ ਕਿ ਜੇ ਤੁਸੀਂ ਇਹ ਕਹੋ ਵੀ ਆਰਥਿਕ ਮਸਲਾ ਵੀ ਕੋਈ ਮਸਲਾ ਹੁੰਦਾ, ਵੀ ਆਰਥਿਕ ਮਸਲਾ ਤਾਂ ਕੋਈ ਮਸਲਾ ਹੀ ਨਹੀਂ ਹੁੰਦਾ, ਬਈ ਕਿਹੜੀ ਜਾਦੂ ਦੀ ਛੜੀ ਹੈ ਤੁਹਾਡੇ ਕੋਲ, ਹੈ ਨਾ, ਵੀ ਤੁਸੀਂ ਕਹੋ ਵੀ ਸੋਵਰੈਨਿਟੀ ਜਿੱਦਣ ਮਿਲ ਜਾਏਗੀ ਉਦੋਂ ਹਰ ਇੱਕ ਮਸਲਾ ਹੱਲ ਹੋ ਜਾਏਗਾ। ਕਿੱਦਾਂ ਹੱਲ ਹੋ ਜਾਏਗਾ? ਕੋਈ ਤਰੀਕਾ ਵੀ ਤਾਂ ਹੋਣਾ ਚਾਹੀਦਾ। ਜੇ ਮੈਂ ਧਾਰਮਿਕ ਬੰਦਾ ਹਾਂ, ਜੇ ਮੇਰੇ ਧਾਰਮਿਕ ਜਜ਼ਬਾਤ ਹੈਗੇ ਨੇ, ਮੈਨੂੰ ਮਤਲਬ ਧਰਮ ਦੀ ਇੱਕ ਜਿਹੜੀ ਇੱਕ ਆਜ਼ਾਦੀ ਹੈ ਮੰਨਣ ਦੀ ਵੀ, ਤੇ ਉਸ ਨੂੰ ਵੱਡਾ ਕਰਨ ਦੀ, ਲੋਕਾਂ ਦੇ ਵਿੱਚ ਪ੍ਰਚਾਰਨ ਦੀ, ਫੈਲਾਉਣ ਦੀ, ਉਹਨੂੰ ਮੰਨਣ ਦੀ ਹਰ ਤਰ੍ਹਾਂ ਦੀ ਆਜ਼ਾਦੀ ਚਾਹੀਦੀ ਹੈ, ਤਾਂ ਮੇਰੇ ਪੇਟ ਨੂੰ ਰੋਟੀ ਵੀ ਤਾਂ ਚਾਹੀਦੀ ਹੈ ਨਾ। ਭੁੱਖਾ ਬੰਦਾ ਕਿੰਨੀ ਕੁ ਦੇਰ ਤੱਕ ਧਾਰਮਿਕ ਰਹਿ ਲੇਗਾ? ਦੋਨਾਂ ਚੀਜ਼ਾਂ ਦਾ ਕਿਤੇ ਬੈਲੈਂਸ ਤਾਂ ਹੋਣਾ ਚਾਹੀਦਾ ਨਾ। ਇਹ ਸਟੇਟਮੈਂਟ ਤਾਂ ਨਹੀਂ ਜਾਣੀ ਚਾਹੀਦੀ ਨਾ ਕਿ ਨਹੀਂ ਪਹਿਲਾਂ ਅਸੀਂ ਆਪਣਾ ਇੱਕ ਧਰਮ ਦਾ ਜਿਹੜਾ ਰਾਜ ਹੈ ਉਹ ਕਾਇਮ ਕਰ ਲਈਏ, ਆਰਥਿਕ ਤਾਂ ਕੋਈ ਗੱਲ ਹੀ ਨਹੀਂ। ਸੋ ਉੱਥੋਂ ਉਹ ਜਿਹੜਾ ਉਸ ਤਰ੍ਹਾਂ ਦਾ ਮੋਰਚਾ ਜਿਹੜਾ ਇਸ ਸਟੇਟਮੈਂਟ ਤੋਂ ਨਿਕਲਦਾ ਹੋਇਆ ਮੋਰਚਾ ਆ, ਇਹਦਾ ਮਤਲਬ ਹੈ ਕਿ ਉਹ ਮੋਰਚਾ ਅਸਲ ਮੋਰਚੇ ਦਾ ਦੁਸ਼ਮਣ ਹੈ, ਅਸਲ ਮੋਰਚੇ ਨੂੰ ਲੀਹ ਤੋਂ ਲਾਹਣ ਦੀ ਕੋਸ਼ਿਸ਼ ਕਰ ਰਿਹਾ, ਔਰ ਕੋਸ਼ਿਸ਼ ਕੀਤੀ। ਕੀ ਵੱਡਾ ਉਹਨਾਂ ਨੇ ਤੁਸੀਂ ਕਹਿੰਦੇ ਵੀ ਸਟੇਟਮੈਂਟ ਦਿੱਤੀ ਵੱਡਾ ਕਰਾਂਗੇ, ਕੀ ਵੱਡਾ ਕੀਤਾ ਫਿਰ? ਵੀ ਕੀ ਵੱਡਾ ਕੀਤਾ? ਨਹੀਂ, ਫਿਰ ਇਹੀ ਤਾਂ ਸਵਾਲ ਬਣਦਾ ਹੋਣਾ ਵੀ ਤੁਸੀਂ ਵੱਡਾ ਕੀ ਕੀਤਾ ਕੀ ਵੱਡਾ? ਫਿਰ ਕੀ ਵੱਡਾ ਕਰਤਾ? ਤੁਸੀਂ ਕਹਿੰਦੇ ਕੁਝ ਹੋਰ ਹੋ, ਕਰਦੇ ਕੁਝ ਹੋਰ ਹੋ, ਠੀਕ ਹੈ। ਤੁਸੀਂ ਗਏ ਫਿਰ ਤੁਸੀਂ 26 ਜਨਵਰੀ ਤੇ ਠੀਕ ਹੈ ਤੁਸੀਂ ਕੇਸਰੀ ਝੰਡਾ ਲਹਿਰਾਤਾ, ਹੋ ਗਿਆ, ਖਾਲਸਾ ਰਾਜ ਕਾਇਮ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ 10 ਮਿੰਟਾਂ ਬਾਅਦ ਲਾ ਦਿੱਤਾ, ਹੋ ਗਿਆ, ਚਲੋ ਇਹ ਵੀ ਕੋਈ ਗੱਲ ਨਹੀਂ ਹੈ ਨਾ। ਪਰ ਤੁਸੀਂ ਉਸ ਤੋਂ ਪਹਿਲਾਂ ਸਟੇਟਮੈਂਟ ਕੀ ਦੇ ਰਹੇ ਹੋ? ਤੁਸੀਂ ਸਟੇਟਮੈਂਟ ਇਹ ਦੇ ਰਹੇ ਹੋ ਕਿ ਜਿਹੜਾ ਲੋਕਤੰਤਰ ਹੈ ਇਹ ਸਾਡਾ ਲੋਕਤੰਤਰ ਨਹੀਂ ਹੈ। ਮੈਂ ਵੀ ਕਹਿੰਦਾ ਕਿ ਲੋਕਤੰਤਰ ਲੋਕਾਂ ਦਾ ਲੋਕਤੰਤਰ ਨਹੀਂ ਹੈ, ਮੈਂ ਡਿਨਾਈ ਨਹੀਂ ਕਰਦਾ, ਐਗਰੀ ਕਰਦਾ। ਅੱਗੇ ਚਲੋ, ਅੱਗੇ ਕੀ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਇਹ ਜਿਹੜੇ ਲੋਕਤੰਤਰ ਦੇ ਕਾਨੂੰਨ ਨੇ ਇਹ ਸਾਡੇ ਵਾਸਤੇ ਨਹੀਂ ਬਣੇ ਹੋਏ, ਅਸੀਂ ਇਹਨਾਂ ਨੂੰ ਨਹੀਂ ਮੰਨਣਾ, ਅਸੀਂ ਇਹਨਾਂ ਕਾਨੂੰਨਾਂ ਦੇ ਹਿਸਾਬ ਨਾਲ ਚੱਲਣਾ, ਅਸੀਂ ਆਪਣਾ ਕਾਨੂੰਨ, ਸਾਡਾ ਆਪਣਾ ਕਾਨੂੰਨ ਆ, ਅਸੀਂ ਇਹ ਕਾਨੂੰਨ ਨੂੰ ਨਹੀਂ ਮੰਨਦੇ, ਅਸੀਂ ਇਸ ਸਿਸਟਮ ਨੂੰ ਨਹੀਂ ਮੰਨਦੇ। ਲੇਕਿਨ ਜਿਵੇਂ ਤੁਸੀਂ ਜੇਲ੍ਹ ਦੀ ਚਾਰ ਦੀਵਾਰੀ ਕ੍ਰਾਸ ਕਰਕੇ ਜੇਲ੍ਹ ਦੇ ਅੰਦਰ ਜਾਂਦੇ ਹੋ, ਫਿਰ ਤੁਸੀਂ ਉਸੇ ਕਾਨੂੰਨ ਨੂੰ ਯੂਜ਼ ਕਰਦੇ ਹੋ, ਫਿਰ ਤੁਸੀਂ ਉਸੇ ਪੁਲਿਸ ਦੀ ਤਾਰੀਫ ਕਰਦੇ ਹੋ ਬਾਹਰ ਨਿਕਲ ਕੇ, ਪੁਲਿਸ ਬਹੁਤ ਵਧੀਆ ਸਲੂਕ ਕਰਦੀ ਹੈ ਸਾਡੀ, ਤਾਂ ਪੁਲਿਸ ਨੇ ਸਲੂਕ ਬਹੁਤ ਵਧੀਆ ਕੀਤਾ। ਤੁਸੀਂ ਉਸੇ ਕਾਨੂੰਨ ਦੀਆਂ ਚੋਰ ਮੋਰੀਆਂ ਰਾਹੀਂ ਫਿਰ ਤੁਸੀਂ ਵਾਪਸ ਆਉਂਦੇ ਹੋ। ਫਿਰ ਭਗਤ ਸਿੰਘ ਕਿਉਂ ਬਣਨ ਦੀ ਕੋਸ਼ਿਸ਼ ਕਰ ਰਹੇ ਹੋ? ਭਗਤ ਸਿੰਘ ਬਣੋ ਨਾ ਫਿਰ ਜੇਲ੍ਹ ਦੇ ਅੰਦਰ ਜਾ ਕੇ ਵੀ ਭਗਤ ਸਿੰਘ ਉਹੀ ਰਹਿਣਾ ਚਾਹੀਦਾ ਨਾ ਜੋ ਜੇਲ੍ਹ ਦੇ ਬਾਹਰ ਸੀ। ਜਦੋਂ ਮੈਂ ਬਾਈ ਚਾਂਸ ਕਿਸੇ ਟਾਈਮ ਗ੍ਰਿਫਤਾਰ ਹੋ ਜਾਵਾਂ ਤੇ ਮੇਰੇ ਸਾਹਮਣੇ ਦੋ ਸਵਾਲ ਖੜੇ ਹੁੰਦੇ ਨੇ। ਇੱਕ ਤਾਂ ਸਵਾਲ ਇਹ ਖੜਾ ਹੁੰਦਾ ਕਿ ਅੰਦਰ ਜਾ ਕੇ ਮੈਂ ਸੋਚਾਂ ਯਾਰ ਮੇਰੇ ਤੋਂ ਗਲਤੀ ਹੋ ਗਈ ਜਿਹੜਾ ਮੈਂ ਅੰਦਰ ਆ ਗਿਆ, ਤੇ ਮੈਂ ਉੱਥੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰੂੰਗਾ ਕਿ ਮੈਂ ਕਿਸੇ ਤਰ੍ਹਾਂ ਬਾਹਰ ਨਿਕਲ ਜਾਵਾਂ ਤੇ ਮੇਰੀ ਤੌਬਾ, ਮੈਂ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਨੀ ਜਿਹੜੀ ਹੋ ਗਈ। ਇੱਕ ਆਪਸ਼ਨ। ਦੂਜੀ ਆਪਸ਼ਨ ਇਹ ਹੈਗੀ ਆ ਕਿ ਮੈਨੂੰ ਮਾਣ ਹੈ ਜੇ ਮੈਂ ਅੰਦਰ ਆਇਆ, ਮੈਂ ਕੁਝ ਚੱਜ ਦਾ ਕਰਕੇ ਆਇਆ ਬਾਹਰ, ਇਸ ਕਰਕੇ ਮੈਨੂੰ ਮਾਣ ਹੈ। ਮੈਂ ਜੇ ਮਰ ਗਿਆ, ਸ਼ਹੀਦ ਹੋ ਗਿਆ ਤਾਂ ਵੀ ਕੋਈ ਪ੍ਰੋਬਲਮ ਨਹੀਂ, ਫਾਂਸੀ ਹੋ ਗਈ ਤਾਂ ਵੀ ਕੋਈ ਪ੍ਰੋਬਲਮ ਨਹੀਂ, ਉਮਰ ਕੈਦ ਹੋ ਗਈ ਤਾਂ ਵੀ ਕੋਈ ਪ੍ਰੋਬਲਮ ਨਹੀਂ। ਪਰ ਬਾਈ ਚਾਂਸ ਕਿਸੇ ਤਰੀਕੇ ਨਾਲ ਜੇ ਮੈਂ ਬਾਹਰ ਨਿਕਲ ਗਿਆ, ਬਾਹਰ ਜਾ ਕੇ ਵੀ ਮੈਂ ਉਹੀ ਕੁਛ ਕਰੂੰਗਾ ਜੋ ਮੈਂ ਪਹਿਲਾਂ ਕਰ ਰਿਹਾ ਸੀ। ਇਹ ਹੈਗੀ ਸੈਕੰਡ ਆਪਸ਼ਨ। ਮੇਰੀ ਆਪਸ਼ਨ ਸੈਕੰਡ ਹੈ। ਜੇ ਸੈਕੰਡ ਆਪਸ਼ਨ ਨਹੀਂ ਹੈ, ਜੇ ਤੁਹਾਡੀ ਫਸਟ ਆਪਸ਼ਨ ਹੈ, ਇਹਦਾ ਮਤਲਬ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ, ਤੁਸੀਂ ਲੋਕਾਂ ਨੂੰ ਭੜਕਾ ਰਹੇ ਹੋ, ਲੋਕਾਂ ਨੂੰ ਇਹ ਕਹਿ ਰਹੇ ਕਾਨੂੰਨ ਨਹੀਂ ਮੰਨਣਾ, ਖੁਦ ਤੁਸੀਂ ਉਸੇ ਕਾਨੂੰਨ ਦੀ ਚੋਰ ਮੋਰੀਆਂ ਨਾਲ ਤੁਸੀਂ ਬਾਹਰ ਆਉਂਦੇ ਹੋ। ਇਹ ਤਾਂ ਫਿਰ ਨਾਇਕਤਵ ਨਹੀਂ ਹੈ ਨਾ, ਇਹ ਤਾਂ ਫਿਰ ਨਾਇਕ ਨਹੀਂ ਨਾ। ਨਾਇਕ ਇੱਦਾਂ ਨਹੀਂ ਹੁੰਦੇ, ਨਾਇਕ ਇੱਦਾਂ ਨਹੀਂ ਬਣਦੇ ਹੁੰਦੇ। ਸੋ ਲੋਕਾਂ ਨੂੰ ਤੁਸੀਂ ਉਲਝਾ ਰਹੇ ਹੋ ਕਿਉਂਕਿ ਲੋਕਾਂ ਦੀ ਸਮਝ ਛੋਟੀ ਹੈ ਵਿਚਾਰਿਆਂ ਦੀ। ਲੋਕੀ ਜਜ਼ਬਾਤੀ ਨੇ, ਲੋਕਾਂ ਨੂੰ ਸਮਝ ਨਹੀਂ ਆਉਂਦੀ, ਲੋਕ ਭਟਕੇ ਹੋਏ ਨੇ, ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਸਾਡੀ ਅਗਵਾਈ ਕੌਣ ਕਰੇ। ਲੋਕਾਂ ਨੂੰ ਅਗਵਾਈ ਦੇਣ ਵਾਲੇ ਤਲਾਸ਼ ਹੈ ਲੋਕਾਂ ਨੂੰ। ਲੋਕੀ ਫਿਰ ਭਟਕਦੇ ਨੇ, ਲੋਕੀ ਇਹਦੇ A ਵੱਲ ਨੂੰ ਭੱਜਦੇ, ਫਿਰ B ਵੱਲ ਨੂੰ ਭੱਜਦੇ, ਫਿਰ ਪਰੇਸ਼ਾਨ ਹੋ ਜਾਂਦੇ, ਫਿਰ ਕਹਿੰਦੇ ਨਹੀਂ ਇਹ ਤਾਂ ਮਾੜਾ ਨਿਕਲਿਆ, ਫਿਰ ਤੀਜੇ ਵੱਲ ਨੂੰ ਭੱਜ ਲੈਂਦੇ ਨੇ। ਇਹ ਪਰੇਸ਼ਾਨ ਹੈ ਤੇ ਉਸ ਪਰੇਸ਼ਾਨੀ ਨੂੰ ਸੁਲਝਾਉਣਾ ਕਿ ਉਸ ਪਰੇਸ਼ਾਨੀ ਨੂੰ ਯੂਜ਼ ਕਰਨਾ, ਦਿਸ ਇਜ਼ ਦ ਬਿਗੇਸਟ ਕੁਐਸਚਨ ਫॉर ਮੀ। ਕਿ ਜੇ ਤੁਸੀਂ ਸਮਾਜ ਦੀ ਅਗਵਾਈ ਕਰਨ ਦੇ ਕਾਬਿਲ ਹੈਗੇ ਹੋ, ਬਤੌਰ ਲੇਖਕ, ਬਤੌਰ ਕਲਾਕਾਰ, ਬਤੌਰ ਸਮਾਜ ਸੇਵੀ, ਬਤੌਰ ਕੋਈ ਕਿਸਾਨ ਯੂਨੀਅਨ ਦੇ ਆਗੂ, ਬਤੌਰ ਮਜ਼ਦੂਰ ਯੂਨੀਅਨ ਦੇ ਆਗੂ, ਕੋਈ ਲੇਬਰ ਯੂਨੀਅਨ, ਕੋਈ ਮੁਲਾਜ਼ਮ ਯੂਨੀਅਨ, ਜੇ ਤੁਹਾਡੀ ਸਮਾਜ 'ਚ ਸਹੀ ਹੈਗੀ ਹੈ ਤਾਂ ਤੁਸੀਂ ਪਹਿਲਾਂ ਆਪਣੇ ਆਪ ਨੂੰ ਸਵਾਲ ਕਰੋ ਕਿ ਜਿਹੜਾ ਸਮਾਜ ਉਲਝਿਆ ਹੋਇਆ ਕਿ ਉਸ ਨੂੰ ਹੋਰ ਉਲਝਾ ਕੇ ਆਪਣਾ ਮਕਸਦ ਹੱਲ ਕਰਨਾ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਇਹੋ ਜਿਹੀਆਂ ਹੈਗੀਆਂ, ਵੱਡੇ ਵੱਡੇ ਲੀਡਰ ਕਿਸਾਨ ਜਥੇਬੰਦੀਆਂ ਜਿਹਨਾਂ ਨੂੰ ਮੈਂ ਜਾਣਦਾ, ਨਾਮ ਮੈਂ ਇਸ ਕਰਕੇ ਨਹੀਂ ਲੈਂਦਾ, ਫਿਰ ਦੂਜੇ ਨੂੰ ਲੱਗਦਾ ਕਿ ਸ਼ਾਇਦ ਨਹੀਂ। ਉਹ ਸਟੇਜ 'ਤੇ ਜਦੋਂ ਚੜ੍ਹਦੇ ਨੇ, ਫਸਟ ਉਹਨਾਂ ਦੀ ਸਟੇਟਮੈਂਟ ਇਹ ਹੁੰਦੀ ਹੈ ਕਿ ਦੋਸਤੋ, ਭੈਣੋ ਤੇ ਭਰਾਓ, ਮੈਂ ਤੁਹਾਡੇ ਕੋਲ ਅੱਜ ਆਇਆ ਤੇ ਵਾਅਦਾ ਕਰਦਾ ਪਹਿਲਾਂ ਇਹ ਗੱਲ ਯਾਦ ਰੱਖਿਓ ਕਿ ਮੈਂ ਕਦੇ ਤੁਹਾਡੇ ਕੋਲ ਵੋਟਾਂ ਮੰਗਣ ਨਹੀਂ ਆਉਣਾ। ਮੈਂ ਆਊਂਗਾ, ਤੁਹਾਡੇ ਮੁੱਦਿਆਂ ਬਾਰੇ ਆਊਂਗਾ, ਰੋਜ਼ ਆਊਂਗਾ, ਫੰਡ ਵੀ ਮੰਗੂੰਗਾ, ਲੜਾਈ ਵੀ ਕਰੂੰਗਾ, ਤੁਹਾਨੂੰ ਇਹ ਵੀ ਕਹੂੰਗਾ ਫਲਾਣੀ ਜਗ੍ਹਾ ਚਲੋ, ਪਰ ਕਦੇ ਇਹ ਐਕਸਪੈਕਟ ਨਾ ਕਰਿਓ ਵੋਟਾਂ ਮੰਗਣ। ਲੋਕੀ ਫਿਰ ਵਿਸ਼ਵਾਸ ਕਰਦੇ। ਵੋਟਾਂ ਤੋਂ ਬਿਨਾਂ ਸਿਸਟਮ ਚੇਂਜ ਹੋ ਜਾਊਗਾ? ਵੋਟਾਂ ਤੋਂ ਬਿਨਾਂ ਨਾ ਹੋਵੇ, ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ। ਇਹ ਆਪਣੀ ਸੋਚ ਹੈ। ਕੋਈ ਵੋਟ ਸਿਸਟਮ 'ਚ ਬਿਲੀਵ ਕਰਦਾ, ਕੋਈ ਵੋਟ ਸਿਸਟਮ 'ਚ ਬਿਲੀਵ ਨਹੀਂ ਕਰਦਾ। ਦਿਸ ਇਜ਼ ਅ ਡਿਫਰੈਂਟ ਕੁਐਸਚਨ। ਸਿਆਸੀ ਲੋਕ ਹੀ ਲੈ ਕੇ ਸਵਾਲ ਤਾਂ ਉੱਥੇ ਲੋਕ ਵੀ ਤਾਂ ਅੱਜ ਕਹਿੰਦੇ ਨਾ, ਬਿੱਲ ਤਾਂ ਉਸੇ ਜਗ੍ਹਾ ਤੋਂ ਆਏ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾ ਕੇ ਭੇਜਿਆ, ਚੁਣਿਆ, ਤੁਸੀਂ ਭੇਜਿਆ ਉਹਨਾਂ ਨੂੰ। ਸਿਸਟਮ ਦਾ ਹੀ ਤਾਂ ਆਇਆ ਨਾ ਫਿਰ ਬਿੱਲ। ਫਿਰ ਕੀ ਸਿਸਟਮ ਹੋ ਸਕਦਾ ਇਹਨਾਂ ਦਾ ਰੱਦ ਕਰਵਾਉਂਦਾ? ਕਿ ਸਿਸਟਮ ਜਾ ਕੇ ਸਿਸਟਮ ਦੇ ਨਾਲ ਲੜਨਾ ਪੈਣਾ ਕਿ ਸਿਸਟਮ ਤੋਂ ਬਾਅਦ ਬਹਿ ਕੇ ਕਿਵੇਂ ਲੜ ਲਓਗੇ? ਦੋਨੋਂ ਚੀਜ਼ਾਂ ਕਰਨੀਆਂ ਪੈਣਗੀਆਂ ਨਾ ਤੁਹਾਨੂੰ ਸਿਸਟਮ ਦੇ ਖਿਲਾਫ ਲੜਾਈ ਲੜਨੀ ਪਊਗੀ,
ਪਰ ਜੇ ਤੁਸੀਂ ਸਿਸਟਮ ਦੇ ਖਿਲਾਫ ਲੜਾਈ ਲੜਦਿਆਂ ਉਸੇ ਸਿਸਟਮ ਦਾ ਪੁਰਜ਼ਾ ਬਣ ਗਏ, ਤੁਸੀਂ ਆਪ ਵੀ ਟੇਢੇ ਰਸਤੇ ਰਾਹੀਂ ਉਸੇ ਸਿਸਟਮ ਦੇ ਵਿੱਚ ਪ੍ਰਵੇਸ਼ ਕਰ ਗਏ, ਫਿਰ ਤੁਹਾਡਾ ਪ੍ਰੈਸ਼ਰ ਕਿੱਥੇ ਜਾਏਗਾ? ਫਿਰ ਤੁਹਾਡਾ ਪ੍ਰੈਸ਼ਰ ਨਹੀਂ ਨਾ ਮੇਨਟੇਨ ਰਹੇਗਾ। ਤੁਹਾਨੂੰ ਪ੍ਰੈਸ਼ਰ ਕ੍ਰੀਏਟ ਕਰਨ ਦੀ ਲੋੜ ਹੈ। ਅੱਜ ਮੈਂ ਆਪਣੇ ਅੰਦਰ ਬੈਠਾ, ਜੇ ਮੈਨੂੰ ਪਤਾ ਹੈ ਕਿ ਮੈਂ ਕੋਈ ਵੀ ਇੱਥੋਂ ਗਲਤੀ ਕਰਕੇ ਬਾਹਰ ਨਿਕਲਾਂਗਾ, 10 ਲੋਕੀ ਮੇਰੇ ਬਾਹਰ ਬੈਠੇ ਨੇ, ਮੈਨੂੰ ਉਸੇ ਵੇਲੇ ਪੁੱਛਣਗੇ, ਦਾੜੀ ਫੜ ਲੈਣਗੇ ਮੇਰੀ, ਵੀ ਆਪ ਭਾਈ ਤੂੰ ਕੀ ਕੀਤਾ? ਫਿਰ ਉਹ ਪ੍ਰੈਸ਼ਰ ਹੈ। ਇਹ ਪ੍ਰੈਸ਼ਰ ਹੈ। ਜਿਸ ਦਿਨ ਉਹ ਵੀ ਉਦਾਂ ਦੇ ਹੋਣਗੇ, ਉਹ ਪ੍ਰੈਸ਼ਰ ਨਹੀਂ ਰਹੇਗਾ। ਸੋ ਇਹ ਜਿਹੜੀ ਪੰਜਾਬ ਦੇ ਵਿੱਚ ਤਬਦੀਲੀ ਆ ਰਹੀ ਹੈ, ਜਿਹੜੀ ਲੋਕ ਇੱਦਾਂ ਸਵਾਲ ਕਰ ਰਹੇ ਨੇ, ਉਹ ਇਸੇ ਕਰਕੇ ਕਰ ਰਹੇ ਨੇ ਕਿ ਲੋਕੀ ਉਸ ਅਗਵਾਈ ਦੇ ਪਿੱਛੇ ਚੱਲ ਰਹੇ ਨੇ ਜਿਸ ਅਗਵਾਈ ਤੋਂ ਲੋਕਾਂ ਨੂੰ ਆਸ ਹੈ ਕਿ ਇਹ ਗੰਦਲੀ ਹੋਈ ਸਿਆਸਤ ਦਾ ਹਿੱਸਾ ਨਹੀਂ ਬਣਨਗੇ। ਜੇ ਕੱਲ੍ਹ ਨੂੰ ਸਿਆਸਤ ਕਰਨਗੇ ਤਾਂ ਵੱਖਰੀ ਤਰ੍ਹਾਂ ਦੀ ਸਿਆਸਤ ਕਰਾਂਗੇ। ਇਸੇ ਕਰਕੇ ਮੈਨੂੰ ਸੋਨੀਆ ਮਾਨ ਤੇ ਇਤਰਾਜ਼ ਹੈ, ਇਸੇ ਕਰਕੇ ਮੈਨੂੰ ਬਾਕੀ ਇਹੋ ਜਿਹੇ ਲੋਕਾਂ ਤੇ ਇਤਰਾਜ਼ ਹੈ ਜਿਹੜੇ ਬਿਨਾਂ ਸਿਆਸਤ ਦਾ ਬਦਲ ਦਿੱਤੇ ਆ। ਤੁਹਾਡੇ ਕੋਲ ਬਦਲ ਕੀ ਹੈ? ਤੁਸੀਂ ਬਦਲਵੀਂ ਸਿਆਸਤ ਕਿਹੜੀ ਦੇ ਰਹੇ ਹੋ? ਉਹ ਦਿੱਤਿਆਂ ਤੁਸੀਂ ਉਸੇ ਸਿਆਸਤ ਵਿੱਚ ABC ਵੀ ਆਹ ਥੋੜ੍ਹੀ ਜਿਹੀ ਵੱਧ ਕਰਪਟ ਹੈ, ਥੋੜ੍ਹੀ ਜਿਹੀ ਘੱਟ ਕਰਪਟ ਹੈ, ਇਹ ਸਹਿੰਦੀ ਹੈ, ਇਹ ਹੈ ਪੰਥਕ ਹੈ ਤੇ ਫਲਾਣੀ ਹੈ ਟਮਕਾਣਾ, ਉਹਦੇ ਵਿੱਚ ਚੱਲ ਗਿਆ ਕਿ ਲੋਕਾਂ ਨੂੰ ਤੁਸੀਂ ਕੀ ਦੇ ਦੋਗੇ? ਸੈੱਟ ਹੋ ਜਾਣਗੇ ਗੁਰਨਾਮ ਸਿੰਘ ਚੜੂਣੀ ਇਸ ਸਿਸਟਮ ਦੇ ਵਿੱਚ, ਸਿਆਸਤ ਵਾਲੀ ਸਿਸਟਮ ਦੇ ਵਿੱਚ, ਕਿ ਉਹਨਾਂ ਨੇ ਵੀ ਸਿਸਟਮ ਦੇ ਵਿੱਚ ਰਹਿ ਕੇ ਇਦਾਂ ਹੀ ਬਣ ਜਾਣਗੇ। ਤੁਸੀਂ ਕੀ ਸਮਝਦੇ ਹੋ ਕਿ ਸਿਸਟਮ ਇੰਨਾ ਭੋਲਾ ਹੈ? ਸਿਸਟਮ ਨੂੰ ਸਭ ਪਤਾ, ਚੜੂਨੀਆਂ ਦਾ ਵੀ ਪਤਾ, ਸਿਸਟਮ ਨੂੰ ਸੋਨੀਆ ਮਾਨਾਂ ਦਾ ਵੀ ਪਤਾ, ਹੋਰ ਸਿਸਟਮ ਨੋਜ਼ ਐਵਰੀਥਿੰਗ। ਸਿਸਟਮ ਐਵੇਂ ਨਹੀਂ ਬੈਠਾ। ਸਿਸਟਮ ਕੋਲ ਵੱਡੀਆਂ ਟੀਮਾਂ ਨੇ, IT ਸੈੱਲ ਨੇ ਅਗਲਿਆਂ ਕੋਲ ਵੱਡੇ। ਅਸੀਂ ਦੋ ਜਣੇ ਗੱਲਾਂ ਕਰ ਰਹੇ ਨਾ, ਸਿਸਟਮ ਨੇ ਕੱਲ੍ਹ ਨੂੰ ਇਹਦਾ ਐਨਾਲਿਸਿਸ ਕਰ ਲੈਣਾ ਕਿ ਉਹ ਫਲਾਣਾ ਬੰਦਾ ਉੱਥੇ ਡਾਕਟਰ ਸਾਹਿਬ ਸਿੰਘ ਇਹ ਬੋਲਦਾ, ਇਹ ਕੀ ਬੋਲਦਾ ਹੈ, ਕਿਉਂ ਬੋਲਦਾ ਹੈ, ਕਿੱਥੋਂ ਬੋਲਦਾ, ਇਹਦੀ ਕੀ ਪਾਵਰ ਹੈ, ਕੌਣ ਹੈ ਇਹਦੇ ਪਿੱਛੇ, ਕਿਉਂ ਬੋਲਦਾ ਇੱਦਾਂ, ਸਭ ਕੁਝ ਸਿਸਟਮ ਦੇਖਦਾ, ਜਾਂਚ। ਸਿਸਟਮ ਨੂੰ ਪਤਾ ਹੈ, ਸਿਸਟਮ ਨੂੰ ਗੁਰਨਾਮ ਸਿੰਘ ਚੜੂਨੀ ਨੂੰ ਪਤਾ ਹੈ, ਸਿਸਟਮ ਨੂੰ ਇਹ ਵੀ ਪਤਾ ਹੈ ਕਿ ਗੁਰਨਾਮ ਸਿੰਘ ਚੜੂਨੀ ਦੇ ਵੋਟਾਂ 'ਚ ਖੜਨ ਦਾ ਫਾਇਦਾ ਕਿਹਨੂੰ ਹੋ ਜਾਣਾ, ਥੋੜ੍ਹਾ ਜਿਹਾ। ਸਿਸਟਮ ਨੂੰ ਇਹ ਵੀ ਪਤਾ ਕਿੰਨੀਆਂ ਕੁ ਵੋਟਾਂ ਉਹਨੇ ਭਰਨੀਆਂ, ਉਹ ਕਿਹਦੀਆਂ ਫੁੱਟਣੀਆਂ, ਕਿੱਧਰ ਉੱਠਣੀਆਂ। ਸਿਸਟਮ ਨੂੰ ਫਾਇਦਾ ਹੀ ਹੁੰਦਾ, ਸਿਸਟਮ ਨੂੰ ਕੋਈ ਨੁਕਸਾਨ ਨਹੀਂ। ਸਿਸਟਮ ਨੂੰ ਕਿਸੇ ਸੋਨੀਆ ਮਾਨ ਤੋਂ ਕੋਈ ਨੁਕਸਾਨ ਨਹੀਂ, ਸਿਸਟਮ ਨੂੰ ਕਿਸੇ ਕੰਗਨਾ ਰਣੌਤ ਤੋਂ ਕੋਈ ਨੁਕਸਾਨ ਨਹੀਂ, ਸਿਸਟਮ ਨੂੰ ਕਿਸੇ ਤੋਂ ਕੋਈ ਨੁਕਸਾਨ ਨਹੀਂ ਹੈ। ਸਿਸਟਮ ਨੇ ਤਾਂ ਉਹਨੂੰ ਯੂਜ਼ ਕਰ ਲੈਣਾ। ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਯੂਜ਼ ਹੋਣਾ ਉੱਥੇ ਜਾ ਕੇ ਕਿ ਪਰੇ ਖੜੇ ਹੋ ਕੇ ਤੁਸੀਂ ਆਪਣੀ ਗੱਲ ਕਹਿਣੀ ਹੈਗੀ ਆ, ਉੱਥੇ ਡਟ ਕੇ ਕਹਿਣੀ ਹੈ ਤੁਸੀਂ। ਸਿਸਟਮ SKM ਤੋਂ ਡਰਦਾ, ਸੰਯੁਕਤ ਕਿਸਾਨ ਮੋਰਚੇ ਤੋਂ? ਜੇ ਨਾ ਡਰਦਾ ਹੁੰਦਾ ਸਿਸਟਮ, ਤਾਂ ਫਿਰ ਸਿਸਟਮ ਜਿਹੋ ਜਿਹੀਆਂ ਹਰਕਤਾਂ ਇਸ ਵੇਲੇ ਕਰ ਰਿਹਾ, ਚਾਹੇ ਲਖੀਮਪੁਰ ਖੀਰੀ ਦੀ ਘਟਨਾ ਹੈਗੀ ਹੈ, ਚਾਹੇ ਹੋਰ ਹੈ ਕਿ ਦੀਵਾਲੀ ਨੂੰ ਅੱਗ ਲਾਤੀ ਟੈਂਟਾਂ ਨੂੰ, ਹੋਛੀਆਂ ਗੱਲਾਂ, ਜਾਂ ਹੋਰ 50 ਚੀਜ਼ਾਂ, ਬੰਦੇ ਖਰੀਦੇ ਜਾ ਰਹੇ ਹੈ, ਬੰਦਿਆਂ ਨੂੰ ਪੈਸੇ ਚੜਾ ਰਹੇ ਆ, ਹੋਰ ਚੀਜ਼ਾਂ। ਜੇ ਡਰ ਹੀ ਨਹੀਂ, ਜੇ ਕੋਈ SKM ਦਾ ਡਰ ਹੀ ਨਹੀਂ, ਜੇ ਇਸ ਮੂਵਮੈਂਟ ਦਾ ਕੋਈ ਡਰ ਹੀ ਨਹੀਂ, ਕੋਈ ਦਹਿਸ਼ਤ ਹੀ ਨਹੀਂ ਸਿਸਟਮ ਦੀ, ਫਿਰ ਸਿਸਟਮ ਬੈਠਾ ਰਹੇ ਚੁੱਪ ਕਰਕੇ ਸੁੱਤਾ। ਇਹ ਲੋਕਾਂ ਨੂੰ ਪਤਾ ਹੈ ਜੋ ਇਸ ਸਮੇਂ ਸਿਆਸਤ ਵਾਲੇ ਪਾਸੇ ਜ਼ਿਆਦਾ ਨੇ, ਸੰਯੁਕਤ ਕਿਸਾਨ ਮੋਰਚੇ ਨਾਲ ਜੋ ਹੈਗੇ ਸੀ? ਪਤਾ ਸਭ ਨੂੰ ਹੈਗਾ। ਉਸ ਪਤੇ ਨੂੰ ਯੂਜ਼ ਕੌਣ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੌਣ ਉਸ ਪ੍ਰੈਸ਼ਰ ਨੂੰ ਮੇਨਟੇਨ ਕਰਕੇ ਰੱਖਣ ਦਾ ਵੱਡਾ ਸਵਾਲ ਤਾਂ ਇਹ ਹੈ। ਕੌਣ ਇਹ ਗੱਲ, ਸਹਿਜ ਕਿੱਥੇ ਹੈ, ਸਬਰ ਕਿੱਥੇ ਹੈ, ਸਿਆਣਪ ਕਿੱਥੇ ਹੈ? ਕੌਣ ਇਹ ਜਾਣਦੇ ਨੇ ਕਿ ਇਹ ਲੜਾਈ ਕਿੱਦਾਂ ਦੀ ਹੈ? ਕੌਣ ਇਹ ਜਾਣਦੇ ਨੇ ਕਿ ਲੜਾਈ ਛੋਟੀ ਹੈ ਕਿ ਵੱਡੀ ਹੈ? ਕੌਣ ਇਹ ਜਾਣਦੇ ਕਿ ਲੜਾਈ ਦਾ ਦਾਇਰਾ ਕਿੱਡਾ ਹੈ? ਕੌਣ ਇਹ ਜਾਣਦੇ ਕਿ ਲੜਾਈ ਦੇ ਵਿੱਚ ਜਿਹੜੀ ਸਾਹਮਣੇ ਵਾਲੀ ਧਿਰ ਹੈ ਉਹ ਕਿੱਡੀ ਕਿ ਸਟਰੋਂਗ ਹੈ? ਇਹ ਸਵਾਲ ਨੇ ਬਹੁਤ ਵੱਡੇ। ਤੁਸੀਂ ਐਵੇਂ ਬਾਹਰ ਨਿਕਲ ਕੇ ਟਾਰਾਂ ਮਾਰੀ ਜੋ, ਮੈਂ ਗਲੀ 'ਚ ਜਾ ਕੇ ਖੌਰੂ ਪਾ ਦੇਵਾਂ, ਉਹ 4 ਬੰਦਿਆਂ ਨੂੰ ਗਾਲਾਂ ਕੱਢ ਦਵਾਂ ਜਾਂ ਕਿੱਦਾਂ, 5 ਮਿੰਟ ਲਈ ਮੇਰੀ ਬਹੁਤ ਬੱਲੇ ਹੋ ਜੂਗੀ, ਉਹ ਤੋਂ 10 ਬੰਦੇ ਆ ਕੇ ਘੇਰਨਗੇ, ਮੈਨੂੰ ਸੁੱਟ ਲੈਣਗੇ। ਫਾਇਦਾ ਕੀ ਹੋਇਆ ਉਸ ਬੋਲਣ ਦਾ? ਕੋਈ ਫਾਇਦਾ ਹੋਇਆ ਉਸ ਚੀਜ਼ ਦਾ? ਕੋਈ ਬੋਲਣ ਦਾ ਫਾਇਦਾ ਹੋਇਆ? ਇਹ ਕੋਈ ਨਹੀਂ। ਇਹ ਇੱਦਾਂ ਦੇ ਹੀਰੋ ਪੁਣੇ ਦੇ ਲਈ ਇਸ ਸਮਾਜ ਦੇ ਵਿੱਚ ਕੋਈ ਥਾਂ ਹੁਣ ਨਹੀਂ ਹੈ, ਹੋਣੀ ਵੀ ਨਹੀਂ ਚਾਹੀਦੀ। ਨਿਸ਼ਾਨਦੇਹੀ ਤੁਸੀਂ ਕੀਤੀ ਹੈ, ਕਿੰਨੇ ਕਿਲੋ ਤੁਸੀਂ ਹੁਣ ਨਿਸ਼ਾਨਦੇਹੀ ਕਰ ਚੁੱਕੇ ਹੋ ਜਿਨ੍ਹਾਂ ਨੇ ਪਿਛਲੇ 1 ਸਾਲ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜਾਂ ਉਹਨਾਂ ਦੇ ਨਾਮ ਨਾਲ ਜੋੜ ਕੇ, ਜਾਂ ਜਦੋਂ ਕਿਸਾਨ ਇੱਥੋਂ ਗਏ ਉਸ ਤੋਂ ਬਾਅਦ ਲਗਾਤਾਰ ਹੀ ਆਪਣੀ ਅਲੱਗ ਗੱਲ ਰੱਖੀ, ਥੋਪਣੀ ਵੀ ਚਾਹੀ, ਚਰਚਾ ਵੀ ਚੱਲੀ, ਬੱਤੀ ਜਥੇਬੰਦੀਆਂ ਭਾਰ ਨਹੀਂ ਚੱਲਦੀਆਂ, ਇਹਨਾਂ ਦੀ ਲੱਤਾਂ ਭਾਰ ਨਹੀਂ ਚੱਲਦੀਆਂ ਪਈਆਂ, ਇਹਨਾਂ ਨੂੰ ਕੋਈ ਪ੍ਰੋਗਰਾਮ ਦੇਣਾ ਚਾਹੀਦਾ। ਉਸ ਤੋਂ ਬਾਅਦ ਵੀ ਕਿਸਾਨ ਇੱਥੇ ਬੈਠੇ ਨੇ, ਨਿਸ਼ਾਨਦੇਹੀ ਤੁਸੀਂ ਕੀਤੀ ਹੈ? ਨਿਸ਼ਾਨਦੇਹੀ ਲੋਕ ਕਰ ਰਹੇ ਨੇ, ਸਾਹਿਬ ਸਿੰਘ ਨੂੰ ਨਿਸ਼ਾਨਦੇਹੀ ਕਰਨ ਦੀ ਕੀ ਲੋੜ ਹੈ? ਜੇ ਲੋਕਾਂ ਤੁਸੀਂ ਨਾਟਕਾਂ ਰਾਹੀਂ ਬਿਨਾਂ ਨਾਮ ਲੈ ਕੇ ਇਸ਼ਾਰੇ ਵੀ ਕਰਦੇ ਹੋ ਨਾ? ਨਹੀਂ, ਮੈਂ ਇਸ਼ਾਰੇ ਕਿਆ ਕਰਦਾ, ਮੈਂ ਨਾਮ ਵੀ ਲੈ ਦਿੰਦਾ, ਮੈਨੂੰ ਇਦਾਂ ਨਹੀਂ ਬਹੁਤਾ ਫਰਕ ਪੈਂਦਾ। ਜਿੱਥੇ ਮੈਨੂੰ ਪਤਾ ਹੁੰਦਾ ਨਾਮ ਲੈ ਕੇ ਗੱਲ ਵਜ਼ਨ ਦਾ ਜਾਣੀ, ਉੱਥੇ ਮੈਂ ਨਾਮ ਲੈ ਕੇ ਕਰ ਲੈਣਾ। ਜਿੱਥੇ ਮੈਨੂੰ ਪਤਾ ਹੁੰਦਾ ਨਾਮ ਲੈਣ ਨਾਲ ਐਵੇਂ ਉਹ ਦੁੱਕੀ ਦੇ ਬੰਦੇ ਨੂੰ ਐਵੇਂ ਇੰਪੋਰਟੈਂਸ ਦੇ ਦੇਣੀ, ਉੱਥੇ ਮੈਂ ਨਾਮ ਨਹੀਂ ਲੈਂਦਾ। ਮੈਨੂੰ ਹੁੰਦਾ ਉਹ ਦੁੱਕੀ ਦਾ ਦੁੱਕੀ ਰਹੇ, ਠੀਕ ਹੈ। ਐਵੇਂ ਮੇਰੇ ਨਾਮ ਲੈਣ ਨਾਲ ਹੋਰ ਐਵੇਂ 4 ਬੰਦੇ ਜਿਹੜੇ ਨਹੀਂ ਜਾਣਦੇ ਉਹ ਵੀ ਜਾਣਨ ਲੱਗ ਪਣ, ਉੱਥੇ ਮੈਂ ਨਾਮ ਨਹੀਂ ਲੈਂਦਾ। ਉਹ ਇੱਕ ਅਲੱਗ ਇਸ਼ੂ ਹੈ। ਨਿਸ਼ਾਨਦੇਹੀ ਕਰਨ ਦੀ ਜ਼ਿੰਮੇਵਾਰੀ ਇਕੱਲੀ ਸਾਹਿਬ ਸਿੰਘ ਦੀ ਨਹੀਂ ਹੈ। ਨਿਸ਼ਾਨਦੇਹੀ ਇਕੱਲੀ ਕਰਨ ਦੀ ਜ਼ਿੰਮੇਵਾਰੀ ਨਾ ਇਕੱਲੇ ਪੱਤਰਕਾਰਾਂ ਦੀ ਹੈ, ਨਾ ਕਿਸੇ ਹੋਰ ਧਿਰ ਦੀ, ਉਹ ਤਾਂ ਲੋਕਾਂ ਦੀ ਜ਼ਿੰਮੇਵਾਰੀ ਹੈ। ਲੋਕਾਂ ਕੋਲ ਹੀ ਹੱਕ ਹੈ ਅਤੇ ਲੋਕਾਂ ਕੋਲ ਹੱਕ ਹਮੇਸ਼ਾ ਰਹਿਣਾ ਚਾਹੀਦਾ ਕੋਈ ਨਿਸ਼ਾਨਦੇਹੀ ਕਰਨ। ਜੇ ਨਿਸ਼ਾਨਦੇਹੀ ਲੋਕਾਂ ਨੇ ਨਾ ਕੀਤੀ ਹੁੰਦੀ ਤਾਂ ਜਿਸ ਤਰ੍ਹਾਂ ਦਾ ਸੋਸ਼ਲ ਸਾਈਟਸ 'ਤੇ ਰੌਲਾ ਪਿਆ, ਅੱਜ ਉੱਥੇ ਕੋਈ ਵੀ ਨਾ ਬੈਠਾ ਹੁੰਦਾ। ਇਹ ਤਾਂ ਹੁੰਦਾ, ਇਹ ਤਾਂ ਹਮੇਸ਼ਾ ਹੁੰਦਾ। ਇਹ ਤਾਂ ਤੁਸੀਂ ਕਿਸੇ ਦੇ ਵਿਆਹ 'ਚ ਚੱਲ ਜਾਓ, ਵਿਆਹ 'ਚ ਵੀ ਦੇਖ ਲਓ, ਵਿਆਹ 'ਚ 500 ਬੰਦਾ ਇਕੱਠਾ ਹੋਇਆ ਹੁੰਦਾ ਨਾ, 500 ਹੁੰਦਾ। ਡੋਲੀ ਤੁਰਨ ਵਾਲੇ ਕਿੰਨੇ ਹੁੰਦੇ? 25-30 ਹੁੰਦੇ। ਆਨੰਦ ਕਾਰਜ ਵੇਲੇ ਕਿੰਨੇ ਹੁੰਦੇ? 25-30 ਹੁੰਦੇ। ਤੇ ਮੇਨ ਰਸਮਾਂ ਤਾਂ ਉਹੀ ਹੁੰਦੀਆਂ 2, ਬਾਕੀ ਤਾਂ ਖਾਣ ਪੀਣਾ ਹੀ ਹੁੰਦਾ ਨਾ। ਉਹ ਤਾਂ 500 ਬੰਦਾ ਹੁੰਦਾ ਬੈਠਾ। ਹਲਾ ਰੌਣਕ ਮੇਲੇ 'ਚ ਤਾਂ ਹਰੇਕ ਬੰਦਾ ਚਲਾ ਜਾਂਦਾ।
ਜਿੱਥੇ ਪਤਾ ਕਿ ਇੱਥੇ ਕੰਮ ਦੀ ਗੱਲ ਹੈ, ਇੱਥੇ ਫੋਕਸ ਇੱਥੇ ਹੋਣਾ, ਉੱਥੇ ਜਿਹੜੇ ਉਹ ਬੈਠੇ ਨੇ ਧਨ ਨੇ ਜਿਹੜੇ ਉੱਥੇ ਬੈਠੇ ਨੇ, ਹੈ ਨਾ, ਜਿਹੜੇ ਮੀਂਹ ਵੀ ਚੱਲ ਰਹੇ ਨੇ, ਗਰਮੀ ਵੀ ਚੱਲ ਰਹੇ ਨੇ, ਝੱਖੜ ਮੱਛਰ ਮੱਖੀ ਸਭ ਕੁਝ ਚੱਲ ਰਿਹਾ, ਬਿਮਾਰੀਆਂ ਵੀ ਚੱਲ ਰਹੇ ਨੇ, ਕਰੋਨਾ ਵਰਗੀ ਬਿਮਾਰੀ ਨੂੰ ਵੀ ਹਾਰ ਦੇਤੀ ਜਿਨ੍ਹਾਂ ਨੂੰ ਉੱਥੇ ਬੈਠ ਕੇ ਉਹ ਨੇ ਨਿਸ਼ਾਨਦੇਹੀ ਉਹ ਕਰ ਰਹੇ ਨੇ, ਉਹ ਟੈਂਟਾਂ 'ਚ ਬੈਠੇ ਲੋਕ ਜਿਹੜੇ ਉਹ ਨਿਸ਼ਾਨਦੇਹੀ ਕਰ ਰਹੇ ਨੇ। ਨਹੀਂ ਇਤਿਹਾਸ ਮਾਫ ਕਰੂਗਾ ਉਹ ਚੀਜ਼ਾਂ ਨੂੰ ਜਿਨ੍ਹਾਂ ਨੇ ਖਲਲ ਪਾਇਆ, ਜਿਨ੍ਹਾਂ ਨੇ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ। ਨਹੀਂ ਕਰੂਗਾ, ਇਤਿਹਾਸ ਕਦੀ ਮਾਫ ਨਹੀਂ ਕਰੂਗਾ, ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰੂਗਾ, ਇਤਿਹਾਸ ਮਾਫ ਨਹੀਂ ਕਰਦਾ। ਇਤਿਹਾਸ ਇਦਾਂ ਚੱਲਦਾ, ਇਤਿਹਾਸ ਕਿਸੇ ਦਾ ਨਾ ਪੱਖਪਾਤ ਨਹੀਂ ਕਰਦਾ ਇਤਿਹਾਸ, ਠੀਕ ਹੈ ਨਾ। ਇਤਿਹਾਸ ਨੇ ਜੋ ਸੱਚ ਹੈ ਉਹ ਸੱਚ ਲਿਖ ਦੇਣਾ, ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਉਹਦੇ 'ਚ ਜਾਇਜ਼ਾ ਲੈਣਾ, ਅੱਜ ਦੀਆਂ ਪੀੜ੍ਹੀਆਂ ਨੇ ਵੀ ਤਕਲੀਫ ਹੁੰਦੀ ਕਈਆਂ ਨੂੰ ਜੋ ਸੱਚ ਬੋਲਦੇ ਨੇ, ਫਿਰ ਕਈਆਂ ਨੂੰ ਤਕਲੀਫ ਹੁੰਦੀ ਇਸ ਚੀਜ਼ ਤੇ। ਸੱਚ ਤੋਂ ਤਕਲੀਫ ਕਿਹਨੂੰ ਨਹੀਂ ਹੁੰਦੀ? ਸੱਚ ਤੋਂ ਤਕਲੀਫ ਤਾਂ ਮੁੱਢ ਕਦੀਮ ਤੋਂ ਹੁੰਦੀ ਆਈ ਹੈ ਨਾ। ਸੱਚ ਨਾ ਬੋਲਣਾ ਸੌਖਾ, ਨਾ ਸੱਚ ਸਹਿਣਾ ਔਖਾ, ਨਾ ਸੱਚ ਨੂੰ ਜਜ਼ਬ ਕਰਨਾ ਸੌਖਾ, ਨਾ ਉਹਨੂੰ ਮੰਨਣਾ ਸੌਖਾ। ਸੱਚ ਤਾਂ ਬਹੁਤ ਕੌੜੀ ਚੀਜ਼ ਹੈ, ਸੱਚ ਵਰਗੀ ਕੌੜੀ ਚੀਜ਼ ਤਾਂ ਕੋਈ ਹੈ ਹੀ ਨਹੀਂ। ਪਰ ਜੇ ਤੁਸੀਂ ਉਸ ਸੱਚ ਨੂੰ ਗਲ ਨਾਲ ਲਾ ਲਓ ਮਿੱਠਾ ਹੋ ਜਾਂਦਾ ਫਿਰ ਉਹ, ਤੇ ਉਹ ਦੇਖਣਾ ਪਊਗਾ। ਇਤਿਹਾਸ ਦੇਖੋ ਗਵਾਹ ਹੈ, ਲੋਕੀ ਦੇਖ ਰਹੇ ਨੇ, ਲੋਕੀ ਸਭ ਜਾਇਜ਼ਾ ਲੈ ਰਹੇ ਨੇ ਕੌਣ ਖਰਾਬ ਕਰ ਰਿਹਾ ਕੌਣ ਹੈ। ਸਾਡੀ ਪ੍ਰੋਬਲਮ ਹੋਰ ਹੈ, ਸਾਡੀ ਪ੍ਰੋਬਲਮ ਹੈ ਕਿ ਅਸੀਂ ਧਿਰਾਂ ਬਣਾ ਲੈਂਦੇ ਹਾਂ। ਧਿਰਾਂ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈ, ਹਰ ਬੰਦਾ ਧਿਰ ਬਣਾਉਂਦਾ ਕਿ ਮੇਰੀ ਆਹ ਧਿਰ ਹੈ, ਪਰ ਉਸ ਧਿਰ ਪ੍ਰਤੀ ਜ਼ਿੱਦੀ ਹੋ ਜਾਣਾ ਮਾੜਾ ਹੈ। ਕਿ ਜੇ ਮੈਂ ਸਮਝਦਾ ਕਿ ਅੱਜ ਮੈਂ ਇਸ ਧਿਰ ਨੂੰ ਮੈਂ ਸੱਚੀ ਮੰਨਦਾ, ਬਲੀਵ ਕਰਦਾ, ਕੱਲ੍ਹ ਨੂੰ ਜੇ ਉਸੇ ਧਿਰ ਦੇ ਵਿੱਚ ਕੋਈ ਬੰਦਾ ਗਲਤੀ ਕਰਦਾ, ਜੇ ਮੈਂ ਉਸ ਵੇਲੇ ਪੁਆਇੰਟ ਨਹੀਂ ਉਠਾਉਂਦਾ, ਉਸ ਵੇਲੇ ਮੈਂ ਕਹਿੰਦਾ ਨਹੀਂ ਮੈਂ ਉਹਨੂੰ ਐਵੇਂ ਉਹਨੂੰ ਡਿਫੈਂਡ ਕਰੀ ਜਾਂਦਾ ਇਸ ਕਰਕੇ ਹੀ ਕਿ ਇਹ ਤਾਂ ਮੇਰੀ ਧਿਰ ਦਾ, ਦੈਨ ਇਟ ਇਜ਼ ਰੋਂਗ। ਮੰਨ ਲਓ ਬਈ ਨਾ, ਮੰਨ ਲਓ ਜਦੋਂ ਤੁਹਾਨੂੰ ਪਤਾ ਲੱਗ ਗਿਆ, ਐਕਸਪੋਜ਼ ਹੋ ਗਿਆ ਸਾਰਾ ਕੁਝ ਹੀ, ਨੰਗਾ ਹੋ ਗਿਆ ਸਾਰਾ ਕੁਝ, ਪਤਾ ਲੱਗ ਗਿਆ ਵੀ ਯਾਰ ਇਹ ਤਾਂ ਗਲਤ ਹੋ ਗਿਆ ਸਾਰਾ ਕੁਝ, ਸਾਨੂੰ ਕਿਹਾ ਤਾਂ ਕੁਝ ਹੋਰ ਸੀਗਾ, ਹੋ ਕੁਝ ਹੋਰ ਗਿਆ, ਮੰਨ ਲਓ, ਫਿਰ ਕਿਉਂ ਐਵੇਂ ਜ਼ਿੱਦੀਆਂ ਦੀ ਤਰ੍ਹਾਂ ਤੁਸੀਂ ਪਿੱਛੇ ਲੱਗੇ ਹੋਏ? ਨਹੀਂ, ਜਦੋਂ ਸੱਚ ਲਿਖਿਆ ਜਾਂਦਾ ਕਹਿੰਦੇ ਗਾਲਾਂ ਵੀ ਅੱਗੋਂ ਲੋਕੀ ਪੈਂਦੀਆਂ ਨੇ। ਇਹ ਸੰਵਾਦ ਕਰਕੇ ਜਾਂ ਗਾਲ ਕੱਢ ਕੇ ਸੰਵਾਦ ਕੀਤਾ ਜਾ ਸਕਦਾ? ਦੇਖੋ ਸੰਵਾਦ ਤਾਂ ਬਾਬੇ ਨੇ ਸ਼ੁਰੂ ਕੀਤਾ ਸੀ, ਨਹੀਂ ਹੁਣ ਤਾਂ ਗਾਲਾਂ ਤੇ ਆ ਗਏ ਨਾ। ਮੈਂ ਤਾਂ ਹੀ ਕਹਿ ਰਿਹਾ ਨਾ, ਬਾਬੇ ਨੇ ਤਾਂ ਗੋਸ਼ਟ ਕੀਤਾ ਸੀ ਨਾ, ਗੋਸ਼ਟੀ ਰਚਾਈ ਸੀ, ਹੈ ਨਾ। ਬਾਬੇ ਕੋਲ ਤਾਕਤ ਸੀ, ਸ਼ਬਦਾਂ ਦੀ ਤਾਕਤ ਸੀ, ਗੋਸ਼ਟੀ ਹੋਈ ਸੀ, ਹੈ ਨਾ, ਤਰਕ ਨਾਲ ਗੱਲ ਕੀਤੀ ਸੀ। ਅੱਜ ਉਹ ਗੋਸ਼ਟੀ ਤੋਂ ਵੀ ਮੁੱਕਰ ਰਹੇ ਨੇ। ਉਹ ਕਹਿੰਦੇ ਨਾ, ਡਿਸਾਈਡ ਕਰੋ, ਸਿੱਧੇ ਡਿਸਾਈਡ ਕਰੋ, ਬਸ ਫੈਸਲਾ ਸੁਣਾਓ, ਫੈਸਲਾ ਸੁਣੋ, ਗੋਸ਼ਟੀ ਨਹੀਂ ਕਰਨੀ। ਇਸ ਕਰਕੇ ਗਾਲਾਂ ਪੈਂਦੀਆਂ। ਪਰ ਗਾਲ ਦੇ ਬਾਰੇ ਜਿਹੜੀ ਸੱਚਾਈ ਹੈ, ਸਿਆਣੇ ਕਹਿੰਦੇ ਹੁੰਦੇ ਸੀ, ਮੈਂ ਪਿੰਡਾਂ ਦਾ ਰਹਿਣ ਵਾਲਾ, ਪਿੰਡ 'ਚ ਬੰਦੇ ਕਹਿੰਦੇ ਹੁੰਦੇ ਸੀ, ਮਾਵਾਂ ਕਈ ਵਾਰੀ ਕਹਿੰਦੇ ਹੁੰਦੇ ਸੀ, ਜੇ ਕਿਸੇ ਨੇ ਕਹਿਣਾ ਵੀ ਉਹ ਫਲਾਣੇ ਨੇ ਮੈਨੂੰ ਗਾਲ ਕੱਢਤੀ ਹੈ ਨਾ, ਤੇ ਉਹ ਕਹਿੰਦੇ ਵੀ ਜੇ ਤਾਂ ਤੂੰ ਗਾਲ ਦਾ ਜਵਾਬ ਦਿੱਤਾ ਫਿਰ ਤਾਂ ਗਾਲ ਤੈਨੂੰ ਲੱਗੀ, ਜੇ ਤੂੰ ਆ ਗਿਆ ਪਰ ਉਹਨੇ ਗਾਲ ਕੱਢੀ, ਗਾਲ ਹਵਾ ਦੇ ਵਿੱਚ ਚਲੇ ਗਈ। ਸੋ ਜ਼ਰੂਰੀ ਨਹੀਂ ਹੁੰਦਾ ਹਰ ਗਾਲ ਦਾ ਤੁਸੀਂ ਜਵਾਬ ਦੇਣਾ। ਗਾਲ ਕੱਢਣ ਵਾਲੇ ਦੀ ਜ਼ਬਾਨ ਵੀ ਉਨੀ ਗੰਦੀ ਹੁੰਦੀ ਹੈ, ਉਹ ਵੀ ਉਨਾ ਹੀ ਗੰਦਾ ਹੁੰਦਾ, ਉਸ ਵੇਲੇ ਉਹਦੀ ਜ਼ਹਿਨੀਅਤ ਗੰਦੀ ਹੁੰਦੀ। ਮੈਂ ਸੋਸ਼ਲ ਸਾਈਟ 'ਤੇ ਪੜ੍ਹਦਾ ਹੁੰਦਾ ਕਈ ਵਾਰੀ, ਇੰਨੇ ਗੰਦੇ ਲਫ਼ਜ਼ ਲੋਕ ਯੂਜ਼ ਕਰਦੇ ਨੇ, ਔਰ ਫੋਟੋ ਸਿੱਖਾਂ ਦੀ ਲਾਈਆਂ ਹੁੰਦੀਆਂ ਨੇ ਉੱਥੇ ਵੱਡੀਆਂ ਫੋਟੋ ਸਿੱਖਾਂ ਦੀ ਲਾਈਆਂ ਹੁੰਦੀਆਂ, ਸੰਤਾਂ ਦੀਆਂ ਫੋਟੋ ਲਾਈਆਂ ਹੁੰਦੀਆਂ ਉੱਥੇ, ਤੇ ਲਫ਼ਜ਼ ਯੂਜ਼ ਕਰਦੇ ਜਿਹੜੇ ਮੈਂ ਤੁਹਾਡੇ ਸਾਹਮਣੇ ਮਤਲਬ ਬੋਲ ਨਹੀਂ ਸਕਦਾ ਕੈਮਰੇ ਦੇ ਸਾਹਮਣੇ, ਉਹ ਲਫ਼ਜ਼ ਯੂਜ਼ ਕਰਦੇ ਨੇ। ਤੁਸੀਂ ਆਲੋਚਨਾ ਕਰੋ, ਦੱਬ ਕੇ ਆਲੋਚਨਾ ਕਰੋ, ਕ੍ਰਿਟਿਸਿਜ਼ਮ ਕਰੋ, ਤੁਹਾਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ, ਲੇਕਿਨ ਸ਼ਬਦ ਤਾਂ ਸਹੀ ਰੱਖੋ। ਬਾਬੇ ਨੇ ਸਾਨੂੰ ਸ਼ਬਦ ਦਿੱਤਾ ਹੈ, ਜਿਹੜਾ ਸਾਨੂੰ ਬਾਬਾ ਫਰੀਦ ਜਿਹੜੇ ਸ਼ਬਦ ਦੇ ਗਿਆ, ਏਡੀ ਅੱਛੀ ਬੋਲੀ ਸਾਨੂੰ ਦਿੱਤੀ ਹੋਈ ਆ, ਉਹ 'ਚ ਇੰਨੇ ਸੋਹਣੇ ਮੋਤੀਆਂ ਵਰਗੇ ਸ਼ਬਦ ਨੇ, ਉਹਨਾਂ ਨੂੰ ਵਰਤੋ। ਤੁਸੀਂ ਮੇਰੀ ਕੋਈ ਫੇਸਬੁੱਕ ਤੇ ਪੋਸਟ ਕੱਢ ਕੇ ਦੇਖ ਲਓ, ਅੱਜ ਵਾਲੀ ਪੋਸਟ ਵੀ ਜੇ ਤੁਸੀਂ ਜ਼ਿਕਰ ਕੀਤਾ, ਉਹਦੇ 'ਚ ਵੀ ਜੇ ਮੈਂ ਸੋਨੀਆ ਮਾਨ ਦਾ ਵੀ ਜ਼ਿਕਰ ਕਰ ਰਿਹਾ, ਮੈਂ ਇੱਜ਼ਤ ਨਾਲ ਜ਼ਿਕਰ ਕਰ ਰਿਹਾ, ਮੈਂ ਨਹੀਂ ਕਹਿੰਦਾ ਕਿ ਇਹ ਦੇਖੋ ਇੱਦਾਂ ਦੀ ਹੈ ਬਣੀ ਫਿਰਦੀ ਹੀਰੋਇਨ। ਨੋ, ਦਿਸ ਇਜ਼ ਰੋਂਗ। ਤੁਸੀਂ ਜ਼ਾਤੀ ਤੌਰ 'ਤੇ ਕਿਸੇ ਨੂੰ ਗਾਲਾਂ ਨਾ ਕੱਢੋ, ਜ਼ਾਤੀ ਤੌਰ 'ਤੇ ਤੁਸੀਂ, ਮੈਂ ਤਾਂ ਕੰਗਨਾ ਰਣੌਤ ਨੂੰ ਨਹੀਂ ਕਦੇ ਜ਼ਾਤੀ ਤੌਰ 'ਤੇ ਇੱਦਾਂ ਦੀ ਗੱਲਾਂ ਕੀਤੀਆਂ ਵੀ ਇਹ ਤਾਂ ਨੰਗੇਜ ਫਲਾਉਣ ਵਾਲੀ ਆ, ਇਹ ਤਾਂ ਦਾਰੂ ਪੀਣ ਵਾਲੀ, ਇੱਦਾਂ ਲੋਕਾਂ ਨੂੰ ਸਿਗਰਟ ਪੀਂਦੇ। ਬਈ ਵਾਟ ਇਜ਼ ਦੈਟ? ਉਹਦੀ ਨਿੱਜੀ ਜ਼ਿੰਦਗੀ ਹੈ, ਜੋ ਗਲਤ ਬੋਲ ਰਹੀ ਹੈ ਉਹਦੇ ਖਿਲਾਫ ਤੁਸੀਂ ਬੋਲੋ। ਸੋ ਸ਼ਬਦਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਤੇ ਸਾਰੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਡਾਕਟਰ ਸਾਹਿਬ ਸਿੰਘ, ਇੱਕ ਨਾਟਕਕਾਰ ਨੇ। ਨਾਟਕ ਇਹਨਾਂ ਨੇ ਕੀਤੇ ਪਿਛਲੇ 30-32 ਸਾਲਾਂ ਤੋਂ, ਇਹ ਲਗਾਤਾਰ ਨਾਟਕ ਕਰ ਰਹੇ ਨੇ ਜੋ ਸਮਾਜ ਵਿੱਚ ਆਸੇ-ਪਾਸੇ ਚੀਜ਼ਾਂ ਵਾਪਰਦੀਆਂ ਨੇ। ਇੱਕ ਸ਼ੋਅ ਆਈ ਹੈ, ਇੱਕ ਨਾਟਕ ਰਾਹੀਂ ਜਾ ਕੇ ਲੋਕਾਂ ਨੂੰ ਦੱਸਦੇ ਨੇ। ਜਦੋਂ ਕਿਸਾਨੀ ਅੰਦੋਲਨ ਚੱਲਿਆ ਅੱਜ ਤੋਂ 1 ਸਾਲ ਪਹਿਲਾਂ, ਸੜਕਾਂ 'ਤੇ ਜਾ ਕੇ ਜੋ ਟਰੈਕ ਰੋਕੇ ਸੀ ਕਿਸਾਨਾਂ ਨੇ, ਉਦੋਂ ਵੀ ਜਾ ਕੇ ਇਹਨਾਂ ਨੇ ਨਾਟਕ ਕੀਤੇ, ਲੋਕਾਂ ਨੂੰ ਦੱਸਿਆ ਵੀ ਕਿਉਂ ਕਾਲੇ ਕਾਨੂੰਨ ਜਿਹੜੇ ਨੇ ਉਹ ਪੰਜਾਬ ਵਾਸਤੇ ਮਾੜੇ ਨੇ। ਤਾਂ ਦੂਸਰੇ ਪਾਸੇ ਚਰਚਾ ਛੜੀ ਜਾਂਦੀ ਹੈ ਸੰਯੁਕਤ ਕਿਸਾਨ ਮੋਰਚੇ ਲੈ ਕੇ ਵੀ ਕੋਈ ਵੀ ਵਿਅਕਤੀ ਜੇ ਇਸ ਵਿੱਚੋਂ ਸਿਆਸੀ ਤੌਰ 'ਤੇ ਹੋਊਗਾ, ਜੇ ਸਿਆਸਤ ਦੀ ਸਪੋਰਟ ਕਰੂਗਾ ਜਾਂ ਸਿਆਸੀ ਪਾਰਟੀ ਬਣਾਉਣ ਦੀ ਸੋਚੂਗਾ, ਤਾਂ ਸ਼ਾਇਦ ਉਹਨੂੰ ਵੀ ਕੱਲ੍ਹ ਸਵਾਲ ਹੋਣਗੇ, ਜਾਂ ਲੋਕ ਜਿਹੜੇ ਹੈਗੇ ਨੇ ਗੱਡੀਆਂ ਘੇਰ ਕੇ ਸਵਾਲ ਪੁੱਛਦੇ ਨੇ, ਕੱਲ੍ਹ ਉਹਨਾਂ ਨੂੰ ਵੀ ਹੋਣਗੇ। ਤਾਂ 32 ਜਥੇਬੰਦੀਆਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਸੀ, ਜਿਸ ਵਿੱਚ ਗੁਰਨਾਮ ਸਿੰਘ ਚੜੂਨੀ ਨੇ ਤਾਂ ਕਹਿ ਦਿੱਤਾ ਵੀ 117 ਸੀਟਾਂ 'ਤੇ ਚੋਣਾਂ ਲੜਨਗੇ। ਹੁਣ ਕੀ ਵਾਕਈ ਜੋ ਚੋਣਾਂ ਲੜਨਗੇ ਸਿਸਟਮ ਵਿੱਚ ਜਾ ਕੇ ਸਿਸਟਮ ਨੂੰ ਠੀਕ ਕਰ ਲੈਣਗੇ? ਇਹ ਸਭ ਤੋਂ ਅਹਿਮ ਸਵਾਲ ਹੈ ਕਿ ਵਾਕਈ 117 ਸੀਟਾਂ ਦੇ ਵਿੱਚੋਂ ਗੁਰਨਾਮ ਸਿੰਘ ਚੜੂਨੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ, ਇਹ ਲੋਕ ਤੈਅ ਕਰਨਗੇ। ਜੇ ਲੋਕਾਂ ਨੇ ਨਕਾਰ ਦਿੱਤਾ ਫਿਰ ਕਹਿਣਗੇ ਗੁਰਨਾਮ ਸਿੰਘ ਚੜੂਨੀ ਕਿ ਮੈਂ ਗਲਤੀ ਕੀਤੀ ਹੈ। ਜੇ ਉਹ ਐਕਸੈਪਟ ਹੋ ਜਾਂਦੇ ਨੇ ਲੋਕਾਂ ਵੱਲੋਂ, ਕਿ ਫਿਰ ਸਿਸਟਮ ਨੂੰ ਬਦਲ ਲੈਣਗੇ? ਇਹ ਸਵਾਲ ਕਿਤੇ ਨਾ ਕਿਤੇ 2022 ਵਿੱਚ ਤੁਹਾਨੂੰ ਜਾ ਕੇ ਜ਼ਰੂਰ ਮਿਲਣਗੇ।